गुड मॉर्निंग स्टूडेंट्स। आज ਜਿਹੜਾ ਆਪਾਂ ਅੱਜ ਟੌਪਿਕ ਕਰਨ ਜਾ ਰਹੇ ਹਾਂ ਵੈਰੀ ਇੰਪੋਰਟੈਂਟ ਆ। ਪ੍ਰੋਜੈਕਟਾਈਲ ਫਾਇਰਡ ਐਟ ਐਨ ਐਂਗਲ ਥੀਟਾ ਵਿਦ ਹੌਰੀਜ਼ੌਂਟਲ ਦੇ ਨਾਲ ਐਂਗਲ ਥੀਟਾ ਬਣਿਆ ਹੋਇਆ। ਮਤਲਬ ਉਸ ਦਿਨ ਜਿਹੜਾ ਆਪਾਂ ਪ੍ਰੋਜੈਕਟਾਈਲ ਕੀਤਾ ਸੀ ਉਹ ਰਾਜੇ ਸਿੰਪਲ ਸੀਗਾ, ਮਤਲਬ ਇੱਥੇ ਕਿਸੇ ਹਾਈਟ ਤੋਂ ਉੱਤੋਂ ਤੁਸੀਂ ਚੀਜ਼ ਨੂੰ ਜਸਟ ਸਿੰਪਲ ਥਰੋ ਕਰਦੇ ਪਏ ਆ ਉਹ ਸੀਗਾ। ਅੱਜ ਕੀ ਹੈ ਕਿ ਕਿਸੇ ਐਂਗਲ ਥੀਟੇ ਦੇ ਉੱਤੇ, ਮਤਲਬ ਇਸ ਤਰ੍ਹਾਂ ਆ ਚੀਜ਼ ਆ ਜਿਸ ਤਰ੍ਹਾਂ ਤੁਸੀਂ ਕੋਈ ਸਟੋਨ ਆਪਣੇ ਹੱਥ ਦੇ ਵਿੱਚ ਫੜ ਕੇ ਸੁੱਟਦੇ ਆ, ਠੀਕ ਆ, ਜਾਂ ਹੈਮਰ ਸੁੱਟਦੇ ਆ। ਉਹ ਕਨਸੈਪਟ ਆ ਕਿ ਮਤਲਬ ਜਦੋਂ ਕੋਈ ਚੀਜ਼ ਨੂੰ ਤੁਸੀਂ ਇਸ ਤਰ੍ਹਾਂ ਸੁੱਟਦੇ ਆ, ਇੱਕ ਟੈਂਕ ਦੇ ਵਿੱਚੋਂ ਜਿਹੜਾ ਗੋਲਾ ਜਦੋਂ ਫਾਇਰ ਹੁੰਦਾ ਆ ਉਹਦਾ ਮੋਸ਼ਨ ਵੀ ਇਸੇ ਤਰ੍ਹਾਂ ਦਾ ਹੁੰਦਾ ਆ ਕਿ ਕਿਸੇ ਐਂਗਲ ਥੀਟੇ ਦੇ ਉੱਤੇ ਫਾਇਰ ਹੁੰਦਾ। ਕਿਹਦੇ ਨਾਲ ਥੀਟਾ ਬਣਦਾ ਆ? ਹੌਰੀਜ਼ੌਂਟਲ ਦੇ ਨਾਲ। ਇੱਧਰ y ਐਕਸਿਸ ਹੋਗੀ ਰਾਜੇ, ਇੱਧਰ x ਐਕਸਿਸ ਹੋਗੀ ਤੇ ਆ ਉਹਦੀ ਟ੍ਰੈਜੈਕਟਰੀ ਹੋਗੀ। ਇਸ ਪੁਆਇੰਟ ਦਾ ਨਾਮ ਰੱਖ ਲਿਆ ਸੀ O, ਇਸ ਪੁਆਇੰਟ ਦਾ ਨਾਮ ਜਿੱਥੇ ਟੱਚ ਕਰਦਾ ਉਹ B ਆ ਤੇ ਵਿਚਕਾਰ ਜੇ ਨਾਮ ਰੱਖ ਲਿਆ A, ਠੀਕ ਆ। ਹੁਣ ਇੱਥੇ ਕਨਸੈਪਟ ਕਿੱਦਾਂ ਚੱਲੇਗਾ? ਇਹਦੇ ਵਿੱਚ ਵੈਲੋਸਿਟੀ ਦੇ ਕੰਪੋਨੈਂਟ ਦੋਨੇ ਸਾਈਡ ਨੂੰ ਹੋਣਗੇ, ਕਿਉਂਕਿ ਇੱਥੇ ਜਿਹੜਾ ਵੈਲੋਸਿਟੀ ਦਾ ਕੰਪੋਨੈਂਟ ਆ u ਵੈਕਟਰ ਵਾ, ਵੈਲੋਸਿਟੀ ਜਿਹੜੀ u ਵੈਕਟਰ ਆ ਉਹ ਹੌਰੀਜ਼ੌਂਟਲ ਦੇ ਨਾਲ ਐਂਗਲ ਥੀਟੇ ਤੇ। ਇਸ ਕਰਕੇ ਇੱਥੇ ਕਿਹੜਾ ਕਨਸੈਪਟ ਲੱਗਣਾ? ਰੀਸੋਲੂਸ਼ਨ ਆਫ ਦਾ ਵੈਕਟਰ। ਜਿਹੜਾ ਵੈਕਟਰ ਨੂੰ ਕੰਪੋਨੈਂਟ ਦੇ ਵਿੱਚ ਆਪਾਂ ਬ੍ਰੇਕ ਕਰਦੇ ਸੀਗੇ ਉਹ ਵਾਲਾ ਕਨਸੈਪਟ ਲੱਗਣਾ ਆ, ਠੀਕ ਆ। ਉਹਦੇ ਲਈ ਇੱਕ ਛੋਟਾ ਜਿਹਾ ਕਨਸੈਪਟ ਜਿਹੜਾ ਤੁਸੀਂ ਕੀਤਾ ਹੋਇਆ ਹੈ ਉਹ ਦੁਬਾਰਾ ਰਿਵਾਈਜ਼ ਕਰਵਾ ਦਿੰਨਾ। ਇੱਧਰ ਨੂੰ x ਐਕਸਿਸ ਹੈ, ਇੱਧਰ ਨੂੰ y ਐਕਸਿਸ ਆ। ਆ ਤੁਹਾਡੇ ਕੋਲ ਹੈਗਾ ਸੀਗਾ r ਵੈਕਟਰ। r ਵੈਕਟਰ ਨੇ ਜਿਹੜਾ x ਐਕਸਿਸ ਦੇ ਨਾਲ ਐਂਗਲ ਥੀਟਾ ਬਣਾਇਆ, ਤਾਂ ਇਹਨੂੰ ਜਦੋਂ ਬ੍ਰੇਕ ਕਰਦੇ ਆ ਆਪਾਂ ਸਿੱਧਾ ਰਿਜ਼ਲਟ ਯੂਜ਼ ਕਰਨਾ ਆ, ਠੀਕ ਆ। ਜਿੱਧਰਲੇ ਪਾਸੇ ਐਂਗਲ ਬਣਿਆ ਹੁੰਦਾ ਉੱਧਰ ਕੀ ਲਿਖਣਾ ਹੁੰਦਾ? r cos ਥੀਟਾ, ਤੇ ਜਿੱਧਰਲੇ ਪਾਸੇ ਐਂਗਲ ਨਹੀਂ ਬਣਿਆ ਉੱਧਰ ਕੀ ਲਿਖਣਾ ਹੁੰਦਾ? r sin ਥੀਟਾ। ਉਹੀ ਕਨਸੈਪਟ ਅਸੀਂ ਇਹਦੇ ਵਿੱਚ ਲਗਾਵਾਂਗੇ। ਮਤਲਬ ਹੌਰੀਜ਼ੌਂਟਲ ਵਾਲਾ ਜਿਹੜਾ ਕੰਪੋਨੈਂਟ ਆ ਉਹ ਕੀ ਹੈ? u cos ਥੀਟਾ, ਤੇ ਜਿਹੜਾ ਵਰਟੀਕਲ ਕੰਪੋਨੈਂਟ ਆ ਉਹ ਕੀ ਹੈ? u sin ਥੀਟਾ, ਠੀਕ ਆ। ਪਿਛਲੇ ਵਾਲੇ ਜਿਹੜਾ ਪ੍ਰੋਜੈਕਟਾਈਲ ਆ ਉਹਦੇ ਵਿੱਚ ਤੁਸੀਂ ਕੀ ਕੀਤਾ ਸੀਗਾ ਕਿ ਜਿਹੜਾ ਵੈਲੋਸਿਟੀ ਕੰਪੋਨੈਂਟ ਆ ਸਿਰਫ ਔਰ ਸਿਰਫ ਹੌਰੀਜ਼ੌਂਟਲ ਸੀਗਾ, ਪਰ ਹੁਣ ਵੈਲੋਸਿਟੀ ਕੰਪੋਨੈਂਟ ਦੋਨੇ ਸਾਈਡ ਨੂੰ, ਯਾਨੀ ਕਿ ਜਿਹੜੀ ਵੈਲੋਸਿਟੀ ਆ ਉਹਨੂੰ ਅੱਗੇ ਨੂੰ ਵੀ ਚੀਜ਼ ਨੂੰ ਲੈ ਕੇ ਜਾ ਰਹੀ ਹੈ, ਨਾਲ ਦੀ ਨਾਲ ਉੱਪਰ ਨੂੰ ਵੀ ਲੈ ਕੇ ਜਾ ਰਹੀ ਹੈ। ਮਤਲਬ ਅੱਗੇ ਨੂੰ ਵੀ ਲੈ ਕੇ ਜਾ ਰਹੀ ਹੈ, ਨਾਲ ਦੀ ਨਾਲ ਉੱਪਰ ਨੂੰ ਵੀ ਲੈ ਕੇ ਜਾ ਰਹੀ ਹੈ। ਫਿਰ ਉਹ ਡਾਊਨ ਕਿਉਂ ਆਉਂਦਾ ਆ? ਡਾਊਨ ਤਾਂ ਤੁਹਾਨੂੰ ਪਤਾ ਹੈ ਕਿਉਂ ਆਊਗਾ, ਕਿਉਂਕਿ ਜਦੋਂ ਇਹ ਇੱਥੋਂ ਉੱਪਰ ਨੂੰ ਜਾ ਰਿਹਾ ਆ, ਠੀਕ ਆ, ਇੱਕ ਟਾਈਮ ਇਹਦਾ ਮੈਕਸਿਮਮ ਹਾਈਟ ਗੇਨ ਕਰ ਲਈ, ਉਸ ਤੋਂ ਬਾਅਦ ਇਹਦੇ ਤੇ ਜਿਹੜੀ ਗ੍ਰੈਵਿਟੀ ਦਾ ਇਫੈਕਟ ਆ ਉਹ ਜ਼ਿਆਦਾ ਹੋ ਜਾਣਾ ਆ। ਗ੍ਰੈਵਿਟੀ ਦੇ ਕਰਕੇ ਇਹਦਾ ਮੋਸ਼ਨ ਜਿਹੜਾ ਡਾਊਨ ਆਉਣਾ ਸ਼ੁਰੂ ਹੋ ਜਾਣਾ, ਪਰ ਇੱਕੋ ਦਮ ਇਹਨੇ ਡਾਊਨ ਨਹੀਂ ਆਉਣਾ। ਸੌਰੀ, ਇੱਕੋ ਦਮ ਡਾਊਨ ਕਿਉਂ ਨਹੀਂ ਆਇਆ? ਕਿਉਂਕਿ ਜਿਹੜਾ u sin ਥੀਟਾ ਆ, ਜਿਹੜਾ ਵੈਲੋਸਿਟੀ ਦਾ ਕੰਪੋਨੈਂਟ ਹੈ, ਇਹਨੂੰ ਉੱਪਰ ਨੂੰ ਲੈ ਕੇ ਜਾ ਰਿਹਾ ਸੀ, ਜਦ ਕਿ ਜਿਹੜੀ ਗ੍ਰੈਵਿਟੀ ਉਹਨੂੰ ਨੀਚੇ ਨੂੰ ਖਿੱਚਦੀ ਪਈ ਆ। ਉਨਾ ਚਿਰ ਇਹਨੇ ਉੱਪਰ ਨੂੰ ਜਾਈ ਜਾਣਾ ਜਿੰਨਾ ਚਿਰ ਜਿਹੜੀ ਇਹਦੀ ਆਹ ਵਾਲੀ u sin ਥੀਟੇ ਦੀ ਵੈਲਿਊ ਗ੍ਰੈਵਿਟੀ ਦੇ ਬਰਾਬਰ ਨਹੀਂ ਹੋ ਜਾਂਦੀ। ਤੇ ਜਦੋਂ ਇਹ ਗ੍ਰੈਵਿਟੀ ਦੇ ਬਰਾਬਰ ਹੋ ਗਈ, ਮਤਲਬ ਇਹਨੇ ਹੌਲੀ ਹੌਲੀ ਜਿਹੜਾ ਇਹ u sin ਥੀਟੇ ਦਾ ਕੰਪੋਨੈਂਟ ਆ, ਯਾਨੀ ਵੈਲੋਸਿਟੀ ਦਾ ਕੰਪੋਨੈਂਟ ਆ, ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਥਰੋ ਕਰਦੇ ਆ ਉਹਦਾ ਕੀ ਹੁੰਦਾ ਹੈ ਕਿ ਸਟਾਰਟਿੰਗ ਦੇ ਵਿੱਚ ਉਹਦੀ ਵੈਲੋਸਿਟੀ ਮੈਕਸਿਮਮ ਹੋਣੀ ਆ, ਫਿਰ ਹੌਲੀ ਹੌਲੀ ਕੀ ਹੁੰਦਾ? ਵੈਲੋਸਿਟੀ ਘਟਦੀ ਜਾਂਦੀ ਆ। ਉਹੀ ਚੀਜ਼ ਇੱਥੇ ਹੋ ਰਹੀ ਹੈ। u sin ਥੀਟਾ ਸ਼ੁਰੂ ਦੇ ਵਿੱਚ ਮੈਕਸਿਮਮ ਸੀਗਾ, ਇਸ ਕਰਕੇ ਹਾਈਟ ਗੇਨ ਕੀਤੀ, ਇੱਥੇ a ਤੱਕ ਉਹਨੇ ਮੈਕਸਿਮਮ ਹਾਈਟ ਗੇਨ ਕਰ ਲਈ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਸਾਡਾ ਗ੍ਰੈਵਿਟੀ ਦਾ ਕੰਪੋਨੈਂਟ ਆ ਉਹ ਜ਼ਿਆਦਾ ਹੋ ਗਿਆ, ਜਿਹਦੇ ਕਰਕੇ ਚੀਜ਼ ਡਾਊਨ ਆਉਣੀ ਸ਼ੁਰੂ ਹੋ ਗਈ। ਡਾਊਨ ਆਉਂਦੀ ਆ ਤੇ ਸਲੋਲੀ ਯਾਨੀ ਕਿ ਗਰਾਊਂਡ ਨੂੰ ਟੱਚ ਕਰੇਗੀ। ਇੱਕੋ ਦਮ ਟੱਚ ਨਹੀਂ ਕਰਾਉਣੀ ਹੈਗੀ, ਇੱਕ ਕਰਵ ਪ੍ਰੋਪਰ ਬਣਾਉਣੀ ਆ। ਓਕੇ, ਹੁਣ ਇਹਦੇ ਵਿੱਚ ਸਟਾਰਟਿੰਗ ਜਿਹੜੀ ਹੈ ਲਿਖਣੀ ਕੀ ਆ? ਲੈਟ a projectile is fired at an angle theta with horizontal। horizontal ਦੇ ਨਾਲ ਉਹਦਾ ਐਂਗਲ ਕੀ ਬਣਿਆ? ਥੀਟਾ ਬਣਿਆ ਹੋਇਆ। with horizontal ਉਹਦਾ ਐਂਗਲ ਕੀ ਬਣਿਆ? ਥੀਟਾ ਬਣਿਆ ਹੋਇਆ ਆ। then u cos theta, ਜਿਹੜਾ ਆ ਚੀਜ਼ ਤੁਸੀਂ ਲਿਖੀ ਹੈ u cos theta is horizontal component of velocity। ਇਦਾਂ u sin theta is vertical component of velocity। ਹੁਣ ਤੁਸੀਂ ਕਹਿਣਾ ਕਿ ਸਰ ਇਹਦੇ ਵਿੱਚ ਕੀ ਪੁਰਾਣੀ ਜਿਹੜੀ ਪਹਿਲਾਂ ਆਪਾਂ ਪ੍ਰੋਜੈਕਟਾਈਲ ਦੀ ਡੈਫੀਨੇਸ਼ਨ ਕੀਤੀ ਸੀਗੀ
कि प्रोजेक्टाइल जेड़ा आ वो की आ कि व्हेन ए बॉडी या व्हेन ए पार्टिकल इज फायर्ड विद सम वेलोसिटी, इनिशियल वेलोसिटी, यूनिफॉर्म वेलोसिटी, एंड देन इट विल अलाउ टू मूव ओनली अंडर द ग्रेविटी। ठीक है कि मतलब शुरू ਦੇ ਵਿੱਚ ਉਹਨੂੰ वेलोसिटी ਦਿੱਤੀ, ਉਸ ਤੋਂ ਬਾਅਦ ਅੰਡਰ ਗ੍ਰੈਵਿਟੀ ਹੀ मूव ਕਰੇਗਾ। ਕੀ मतलब ਜਿਹੜਾ ਆ ਇਹਦੇ ਵਿੱਚ ਵੀ ਇਹੀ ਕਨਸੈਪਟ ਆ? ਹਾਂਜੀ ਇਹਦੇ ਵਿੱਚ ਵੀ ਇਹੀ ਕਨਸੈਪਟ ਆ। u cos θ ਤੇ u sin θ ਜਿਹੜੇ ਆ ਉਹ वेलोसिटी ਦੇ ਕੰਪੋਨੈਂਟ ਆ, ਜਿਹੜੇ ਕਿ u cos θ ਕੀ ਜਸਟ ਉਹਨੂੰ ਅੱਗੇ ਨੂੰ ਲੈ ਕੇ ਜਾਣ ਦੇ ਵਿੱਚ ਹੈਲਪ ਕਰਦਾ, u sin θ ਕੀ ਆ ਉਹਨੂੰ ਉੱਪਰ ਨੂੰ ਹਾਈਟ ਗੇਨ ਕਰਨ ਦੇ ਵਿੱਚ ਹੈਲਪ ਕਰਦਾ। ਜਿਹੜੀ ਇਨੀਸ਼ੀਅਲ वेलोसिटी ਅਸੀਂ u ਸੀਗੀ ਉਹ ਕੀ ਆ, ਉਹ ਅਸੀਂ ਸ਼ੁਰੂ ਦੇ ਵਿੱਚ ਹੀ ਲਗਾ ਦਿੱਤੀ ਆ, ਸ਼ੁਰੂ ਦੇ ਵਿੱਚ ਹੀ ਲਗਾਈ ਆ, ਬਾਅਦ ਦੇ ਵਿੱਚ ਨਹੀਂ। ਬਾਅਦ ਦੇ ਵਿੱਚ ਕੀ ਆ, ਅੰਡਰ ਗ੍ਰੈਵਿਟੀ ਹੀ ਗੱਲਾਂ ਮੂਵ ਕਰਦਾ ਆ। ਠੀਕ ਆ, ਬਾਅਦ ਦੇ ਵਿੱਚ मतलब अंडर ग्रेविटी, यानी कि इथों जो तुसी इहनूं मतलब आ चीज आ पेन वा हुण इहनूं मैं इस तरह थ्रो कीता, शुरू दे विच जिहड़ी वेलोसिटी देती उस तो बाद की है इहदा जो भी मोशन होगा सारे का सारा किहदे करके होगा, अंडर ग्रेविटी होएगा। अंडर ग्रेविटी होएगा। नाल दी नाल एक होर चीज जिहड़ी आ कि जिहड़े इहदे कंपोनेंट आ u cos θ ते u sin θ, जिहड़े वेलोसिटी दे कंपोनेंट आ वो सिर्फ u cos θ इहनूं हॉरिजॉन्टल मूव करन दे विच हेल्प करेगा, मतलब इस साइड नु, ते u sin θ ਜਿਹੜਾ ਇਹਨੂੰ ਹਾਈਟ ਗੇਨ ਕਰਨ ਦੇ ਵਿੱਚ ਹੈਲਪ ਕਰੇਗਾ। ਓਕੇ, ਤੇ ਜਿਹੜਾ ਇਹਨੇ ਡਾਊਨ ਆਉਣਾ ਆ, ਇਹਦੀ ਜਿਹੜੀ ਐਕਸਲਰੇਸ਼ਨ ਹੋਣੀ ਆ ਉਹ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੀ ਹੋਣੀ ਆ। ਜੋ ਇਹਨੇ ਡਾਊਨ ਆਉਣਾ ਉਹ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਕਰਕੇ ਹੀ ਆਉਣਾ ਆ। ਓਕੇ, ਹੁਣ ਦੇਖੋ ਰਾਜੇ ਕਿ ਜਿਹੜਾ ਵਰਟੀਕਲ ਕੰਪੋਨੈਂਟ ਆ ਮਤਲਬ u sin θ ਉਹਦੀ ਵੈਲਿਊ ਪਹਿਲਾਂ ਦੱਸ ਕੇ ਹਟੇ ਆ, ਜਿੱਦਾਂ ਉਸੇ ਤਰ੍ਹਾਂ ਕਿ ਇਹਦੀ ਵੈਲਿਊ ਲਗਾਤਾਰ ਡਿਕਰੀਜ਼ ਹੋਈ ਜਾਣੀ ਆ, मतलब ਘਟੀ ਜਾਣੀ ਆ। उन्ना चर घटी जानी जिन्ना चर मैक्सिमम हाइट नहीं हो जाती, ते जदों मैक्सिमम हाइट ते पहुंच गया उदों जेड़ा u sin θ वाला कंपोनेंट है वो टोटली की हो जाना, जीरो हो जाना है, वो कंप्लीटली जीरो हो जाना। फिर उन्हें की करना है, डाउन मूव करना स्टार्ट करना है। ओके, ते आही चीज आप लिखिए, द वर्टिकल कंपोनेंट ग्रेजुअली रिड्यूस टू जीरो। जेड़ा वर्टिकल कंपोनेंट है वो लगातार घटी जाता, रिड्यूस का मतलब घटना, ਤੇ 0 ਤੇ ਪਹੁੰਚ ਕੇ 0 ਕਦੋਂ ਹੋਣਾ ਹੈ, ਐਟ ਹਾਈਐਸਟ ਪੁਆਇੰਟ ਤੇ ਹੋਣਾ ਆ। ਤੇ ਫਿਰ ਜਿਹੜਾ ਪ੍ਰੋਜੈਕਟਾਈਲ ਆ ਮੂਵ ਡਾਊਨਵਰਡ ਟੂ ਟੱਚ ਦਾ ਗਰਾਊਂਡ, ਫਿਰ ਜਿਹੜਾ ਪ੍ਰੋਜੈਕਟਾਈਲ ਆ ਉਹ ਡਾਊਨਵਰਡ ਮੂਵ ਕਰੇਗਾ ਤੇ ਗਰਾਊਂਡ ਨੂੰ ਟੱਚ ਕਰ ਜਾਏਗਾ ਐਟ ਬੀ। ਜਿਹੜਾ ਤੁਹਾਡੇ ਕੋਲ ਹੁਣ O A B ਕੀ ਆ, O A B ਇਜ਼ ਟ੍ਰੈਜੈਕਟਰੀ, ਇਹ ਟ੍ਰੈਜੈਕਟਰੀ ਆ। ओके, मतलब ਉਹਦਾ ਪਾਥ ਆ ਜਿਹੜਾ ਪ੍ਰੋਜੈਕਟਾਈਲ ਸਾਡਾ ਮੂਵ ਕੀਤਾ। ਉਸ ਤੋਂ ਬਾਅਦ ਹੁਣ ਪਹਿਲਾ ਵਾਂਗ ਜਿੱਦਾਂ ਪਿਛਲੇ ਇਹਦਾ ਸਕਰੀਨਸ਼ਾਟ ਇੱਕ ਵਾਰੀ ਲੈ ਲਓ, ਤੇ ਜੋ ਆਪਾਂ ਪਿਛਲੇ ਪ੍ਰੋਜੈਕਟਾਈਲ ਦੇ ਵਿੱਚ ਇੰਪੋਰਟੈਂਟ ਪੁਆਇੰਟਸ ਲਿਖੇ ਸੀ, ਕੁਐਸਚਨਾਂ ਲਿਖੇ ਸੀ, ਸੇਮ ਉਸੇ ਤਰ੍ਹਾਂ ਨੋਟ ਇਹਦੇ ਵਿੱਚ ਰਾਤੇ ਗੱਲ ਕਰਦੇ ਆ। ਜਿਹੜੇ ਇੰਪੋਰਟੈਂਟ ਨੋਟ ਜਿੱਦਾਂ ਪਿਛਲੇ ਪ੍ਰੋਜੈਕਟਾਈਲ ਦੇ ਵਿੱਚ ਤੁਹਾਨੂੰ ਦੱਸੇ ਸੀਗੇ ਕਿ ਕਿਹੜੀਆਂ ਇਕੁਏਸ਼ਨਾਂ ਯੂਜ਼ ਕਰਨੀਆਂ, ਤੇ ਉਹਨਾਂ ਦੇ ਵਿੱਚ ਹੌਰੀਜ਼ੌਂਟਲ ਕੰਪੋਨੈਂਟ ਕਿੱਦਾਂ ਯੂਜ਼ ਕਰਨਾ, ਵਰਟੀਕਲ ਕੰਪੋਨੈਂਟ ਕਿੱਦਾਂ ਯੂਜ਼ ਕਰਨਾ, ਉਹੀ ਨੋਟ ਉਹਦੇ ਵਰਗੇ ਹੀ ਇਹਦੇ ਵਿੱਚ ਵੀ ਹੋਣੇ ਆ। ਠੀਕ ਆ, ਇਹਦੇ ਵਿੱਚ ਪਹਿਲਾਂ ਆਂਦੀ ਹੈ ਗੱਲ ਹੌਰੀਜ਼ੌਂਟਲ ਕੰਪੋਨੈਂਟ। हॉरिजॉन्टल कंपोनेंट ਦੇ ਵਿੱਚ ਇਕੁਏਸ਼ਨ ਜ਼ਿਆਦਾਤਰ ਤੁਸੀਂ ਕਿਹੜੀ ਯੂਜ਼ ਕਰਨੀ, x v0x, ਠੀਕ ਹੈ, ਨਾਲ t plus half a ਦੇ ਵਿੱਚ x t square, मतलब ਕਿਹੜੀ ਇਕੁਏਸ਼ਨ ਹੈ ਇਹ, s ut plus half at square y। ਠੀਕ ਹੈ, ਹੁਣ ਇਹਦੇ ਵਿੱਚ v0x ਕਿੰਨਾ ਲੈਣਾ, v0x ਬੜੇ ਧਿਆਨ ਨਾਲ ਸਮਝਣਾ। v0x ਜਿਹੜਾ ਆ ਮਤਲਬ ਹੌਰੀਜ਼ੌਂਟਲ ਕੰਪੋਨੈਂਟ ਕਿਹਦਾ, ਵੈਲੋਸਿਟੀ ਦਾ, ਇਨੀਸ਼ੀਅਲ ਵੈਲੋਸਿਟੀ ਦਾ, ਉਹ ਕਿਹੜਾ ਆ u cos θ। ਇੱਥੇ u cos θ ਆਉਣਾ ਕਿਉਂਕਿ ਹੌਰੀਜ਼ੌਂਟਲੀ ਜਿਹੜਾ ਉਹਨੂੰ ਮੂਵ ਕਰਵਾ ਰਿਹਾ, ਕੌਣ ਕਰਵਾ ਰਿਹਾ ਆ, u cos θ ਮੂਵ ਕਰਵਾ ਰਿਹਾ ਆ, ਇਸ ਕਰਕੇ u cos θ। ਠੀਕ ਆ, ax ਐਕਸਲਰੇਸ਼ਨ ਅਲੋਂਗ ਹੌਰੀਜ਼ੌਂਟਲ ਡਾਇਰੈਕਸ਼ਨ। ਠੀਕ ਆ, ਆਪਣੀ ਜਿਹੜੀ ਪ੍ਰੋਜੈਕਟਾਈਲ ਦੀ ਡੈਫੀਨੇਸ਼ਨ ਉਹ ਕੀ ਕਹਿੰਦੇ ਆ, ਇਨੀਸ਼ੀਅਲ ਵੈਲੋਸਿਟੀ ਦੇਤੀ, ਉਸ ਤੋਂ ਬਾਅਦ ਇਨੀਸ਼ੀਅਲ ਵੈਲੋਸਿਟੀ ਜਦੋਂ ਦੇਤੀ ਉਸ ਤੋਂ ਬਾਅਦ ਮੂਵ ਅੰਡਰ ਗ੍ਰੈਵਿਟੀ ਓਨਲੀ, ਗ੍ਰੈਵਿਟੀ ਦੇ ਅੰਡਰ ਹੀ ਕੱਲਾ ਮੂਵ ਕਰੇ। ਠੀਕ ਆ, ਅੰਡਰ ਗ੍ਰੈਵਿਟੀ ਹੀ ਕੱਲਾ ਮੂਵ ਕਰੇ, ਤੇ ਉਸ ਕਰਕੇ ਹੌਰੀਜ਼ੌਂਟਲ ਜਿਹੜੀ ਆ ਗ੍ਰੈਵਿਟੀ ਕਿਹੜੀ ਆ, ਵਰਟੀਕਲੀ ਲੱਗਦੀ ਹੁੰਦੀ ਆ। ਠੀਕ ਆ, ਤੇ ਇਸ ਕਰਕੇ ax ਇਹਦੇ ਵਿੱਚ ਕਿੰਨਾ ਯੂਜ਼ ਕਰਨਾ, 0 ਯੂਜ਼ ਕਰਨਾ, ਜਿੱਦਾਂ ਪਿਛਲੇ ਆਰਟੀਕਲ ਦੇ ਵਿੱਚ ਕੀਤਾ ਸੀਗਾ। ਠੀਕ ਹੈ, ਤੇ x ਜਿਹੜਾ ਇੱਥੇ x ਵਾ ਉਹ r ਯੂਜ਼ ਕਰ ਲੈਣਾ ਆ ਜਦੋਂ ਤੁਸੀਂ ਹੌਰੀਜ਼ੌਂਟਲ ਰੇਂਜ ਕੱਢਣੀ ਆ। ਠੀਕ ਹੈ, ਤੇ
ਆ ਤੁਹਾਡੇ ਕੋਲ ਆ ਗਈਆਂ ਵੈਲਿਊਜ਼ ਇਹਦੇ ਵਰਟੀਕਲ ਕੰਪੋਨੈਂਟ ਦੇ ਵਿੱਚ इथे x ਦੀ ਜਗ੍ਹਾ ਤੁਸੀਂ y ਯੂਜ਼ ਕਰਨਾ y = v0y ਨਾਲ t plus half a ਦੇ ਪੈਰ ਚ y t square ਠੀਕ ਆ v0y ਇੱਥੇ ਕਿੰਨਾ ਯੂਜ਼ ਕਰਨਾ ਉਹ ਕਿਹੜਾ ਕੰਪੋਨੈਂਟ ਆ ਵਰਟੀਕਲ ਕੰਪੋਨੈਂਟ ਵਰਟੀਕਲ ਹੀ ਪਾਉਣਾ u sin θ ਕਿਹੜਾ ਹੈ u sin θ ay ਇੱਥੇ ਕਿੰਨਾ ਯੂਜ਼ ਕਰਨਾ -g ਨੈਗੇਟਿਵ g ਯੂਜ਼ ਕਰਨਾ ਠੀਕ ਆ ਇਹ ਤਾਂ ਸੀਗੇ ਕਿ ਇਹਦੇ ਵਿੱਚ ਇਕੁਏਸ਼ਨਾਂ ਦੇ ਵਿੱਚ ਕਿਹੜੀ ਹੌਰੀਜ਼ੌਂਟਲ ਕੰਪੋਨੈਂਟ ਦੇ ਵਿੱਚ ਵੈਲੋਸਿਟੀ ਕੀ ਲੈਣੀ ਹੈ ਵਰਟੀਕਲ ਕੰਪੋਨੈਂਟ ਦੇ ਵਿੱਚ ਵੈਲੋਸਿਟੀ ਕੀ ਲੈਣੀ ਆ ਜਦ ਕਿ ਪਿਛਲੇ ਆਰਟੀਕਲ ਦੇ ਵਿੱਚ ਜਿਹੜੀ ਵਰਟੀਕਲ ਵੈਲੋਸਿਟੀ ਸੀਗੀ ਉਹ 0 ਲੈਂਦੇ ਸੀ ਪਰ ਇੱਥੇ u sin θ ਲੈਣੀ ਆ ਕਿਉਂਕਿ u sin θ ਦੇ ਨਾਲ ਗੱਲ ਬਣਦੀ ਆ ਓਕੇ ਅੱਗੇ ਗੱਲ ਕਰਦੇ ਆ ay ਜਿਹੜਾ ਆ ਐਕਸਲਰੇਸ਼ਨ ਅਲੋਂਗ ਵਰਟੀਕਲ ਡਾਇਰੈਕਸ਼ਨ ਕਿਉਂਕਿ ਗ੍ਰੈਵਿਟੀ ਕਿੱਧਰ ਨੂੰ ਲੱਗਦੀ ਹੈ ਡਾਊਨਵਰਡ ਤੇ ਆਪਣਾ ਮੋਸ਼ਨ ਕੀ ਹੈ ਅਪਵਰਡ ਇਸ ਕਰਕੇ ਆਪੋਜ਼ਿਟ ਹੋ ਗਿਆ ਗ੍ਰੈਵਿਟੀ ਦੇ ਇਸ ਕਰਕੇ 네ਗੇਟਿਵ g ਯੂਜ਼ ਕੀਤਾ ਓਕੇ ਅੱਗੇ ਇਹਦੇ ਵਿੱਚ ਹੁਣ ਮੈਂ ਥੋੜਾ ਜਿਹਾ ਡਿਸਕਸ ਕਰ ਲੈਣਾ ਕਿ ਕਿਹੜੇ ਚੀਜ਼ਾਂ ਫਾਈਂਡ ਕਰਨੀ ਇਹਦੇ ਵਿੱਚ ਇੱਕ ਚੀਜ਼ ਫਾਈਂਡ ਕਰਨੀ ਮੈਕਸਿਮਮ ਹਾਈਟ ਮਤਲਬ ਵੱਧ ਤੋਂ ਵੱਧ ਪ੍ਰੋਜੈਕਟਾਈਲ ਕਿੰਨਾ ਉੱਚਾ ਉੱਠਦਾ ਆ ਉਹ ਚੀਜ਼ ਐਕਸਪਲੇਨ ਗਾਹਾਂ ਕਰਾਂਗਾ ਇਹਦੇ ਵਿੱਚ ਇਕੁਏਸ਼ਨ ਕਿਹੜੀ ਯੂਜ਼ ਕਰਨੀ ਹੈ ਇਹਦੇ ਵਿੱਚ ਇਕੁਏਸ਼ਨ ਯੂਜ਼ ਕਰਨੀ ਆ v² - u² = 2as ਵਾਲੀ ਠੀਕ ਆ ਮੈਕਸਿਮਮ ਹਾਈਟ ਜਿਹੜੀ ਆ ਉਹ ਕਿਉਂਕਿ ਹੈਗੀ ਤਾਂ ਵਰਟੀਕਲ ਹੀ ਆ ਇਸ ਕਰਕੇ ਜੇ ਵਰਟੀਕਲ ਆ ਤੇ ਇਸ ਕਰਕੇ ਕਿਹੜੀ ਇੱਥੇ ਇਕੁਏਸ਼ਨ ਯੂਜ਼ ਕਰਨੀ v ਦੇ ਪੈਰ ਚ y ਦਾ ਸਕੁਅਰ - u ਦੀ ਜਗ੍ਹਾ ਇੱਥੇ ਕੀ ਆ ਜਾਣਾ u ਦੀ ਜਗ੍ਹਾ ਇੱਥੇ ਕੀ ਯੂਜ਼ ਕਰਨਾ v0y ਜਿੱਦਾਂ ਪਹਿਲਾਂ ਯੂਜ਼ ਕਰਦੇ ਆ v0y ਦਾ ਸਕੁਅਰ = 2a ਦੇ ਪੈਰ ਚ y s ਦੀ ਜਗ੍ਹਾ ਤੁਸੀਂ ਕੀ ਲਿਖ ਦੇਣਾ y ਓਕੇ ਸਮਝ ਲੱਗ ਗਈ ਉਸ ਤੋਂ ਬਾਅਦ ਸੈਕਿੰਡ ਟਾਈਮ ਆਫ ਫਲਾਈਟ ਮੀਨ ਕਿ ਕਿੰਨਾ ਟਾਈਮ ਲੱਗਦਾ ਇੱਥੋਂ ਲੈ ਕੇ ਉੱਥੇ ਤੱਕ ਪਹੁੰਚਣ ਦੇ ਲਈ ਇਹਦੇ ਲਈ ਇਕੁਏਸ਼ਨ ਜਿਹੜੀ ਯੂਜ਼ ਕਰਨੀ ਆ ਕਿਉਂਕਿ ਇਹ ਵੀ ਵਰਟੀਕਲ ਕੰਪੋਨੈਂਟ ਹੈ ਜੇ ਵਰਟੀਕਲ ਕੰਪੋਨੈਂਟ ਹੈ ਤਾਂ ਇਸ ਕਰਕੇ ਟਾਈਮ ਆਫ ਫਲਾਈਟ ਇਹਦੇ ਵਿੱਚ ਕਿਹੜੀ ਵਾਲੀ ਇਕੁਏਸ਼ਨ ਯੂਜ਼ ਕਰਨੀ ਆਈ ਵਾਲੀ y = v0y t plus half a ਦੇ ਪੈਰ ਚ y t²। ਤੀਜਾ ਆ ਜਾਂਦਾ ਹੌਰੀਜ਼ੌਂਟਲ ਰੇਂਜ ਜਿਹੜਾ ਹੌਰੀਜ਼ੌਂਟਲ ਰੇਂਜ ਆ ਰਾਜੇ ਉਹ ਜਿਹੜੀ ਹੈ ਤੁਸੀਂ ਕੈਲਕੂਲੇਟ ਕਿਹੜੀ ਕਰਨੀ ਆ ਹੌਰੀਜ਼ੌਂਟਲ ਰੇਂਜ ਦੇ ਲਈ ਤੁਸੀਂ ਕਨਸੈਪਟ ਪੁੱਤ ਲਗਾਉਣਾ ਆ ਸਿੰਪਲ ਜਿਹੜਾ ਤੁਸੀਂ ਆਮ ਲਗਾਣੇ ਆ ਠੀਕ ਆ ਹੌਰੀਜ਼ੌਂਟਲ ਕੰਪੋਨੈਂਟ ਵਾਲਾ ਕਨਸੈਪਟ ਕਿਹੜਾ ਆ ਵਾਲਾ ਕਿਉਂਕਿ ਹੌਰੀਜ਼ੌਂਟਲ ਰੇਂਜ ਮਤਲਬ ਹੌਰੀਜ਼ੌਂਟਲੀ ਕਿੰਨੀ ਦੂਰ ਗਿਆ ਤਾਂ ਇੱਥੇ ਆ ਜਾਣਾ x = v0x ਨਾਲ t plus half ਇਹਦੇ ਪੈਰ ਚ x ਨਾਲ t²। ਚੌਥਾ ਤੇ ਲਾਸਟ ਜਿਹੜਾ ਇਹ ਚੀਜ਼ ਉਹ ਤੁਸੀਂ ਫਾਈਂਡ ਕਰਦੇ ਆ ਰਿਜ਼ਲਟੈਂਟ ਵੈਲੋਸਿਟੀ ਇਹ ਜਿਹੜੀ ਰਿਜ਼ਲਟੈਂਟ ਵੈਲੋਸਿਟੀ ਆ ਪੁੱਤਰ ਇਹਦੇ ਲਈ ਤੁਹਾਨੂੰ ਦੋਨੇ ਕੰਪੋਨੈਂਟ ਦੀ ਲੋਡ ਪੈਣੀ ਹੈ ਹੌਰੀਜ਼ੌਂਟਲ ਕੰਪੋਨੈਂਟ ਦੀ ਵੀ ਲੋਡ ਪੈਣੀ ਹੈ ਵਰਟੀਕਲ ਕੰਪੋਨੈਂਟ ਦੀ ਵੀ ਲੋਡ ਪੈਣੀ ਹੈ ਓਕੇ ਇਹ ਇੰਪੋਰਟੈਂਟ ਪੁਆਇੰਟ ਆ ਬਾਕੀ v0x ਦੀ ਜਗ੍ਹਾ ਕੀ ਯੂਜ਼ ਕਰਨਾ ਉਹ ਚੀਜ਼ ਲਿਖ ਲੈਣੀ ਆ ਤੇ ax ਦੀ ਜਗ੍ਹਾ ਤੇ ay ਦੀ ਜਗ੍ਹਾ ਕੀ ਯੂਜ਼ ਕਰਨਾ ਉਹ ਚੀਜ਼ ਲਿਖ ਲੈਣੀ ਆ ਠੀਕ ਆ ਇਹ ਇੰਪੋਰਟੈਂਟ ਨੋਟ ਆ ਜਿਹੜੇ ਇਹ ਤੁਸੀਂ ਆਪਣੀ ਜਿੱਥੇ ਪ੍ਰੋਜੈਕਟਾਈਲ ਸਟਾਰਟ ਕਰਨਾ ਉਸ ਤੋਂ ਪਹਿਲਾਂ ਪੇਜ ਲਗਾ ਲੈਣਾ ਜਿਹਦੇ ਤੇ ਤੁਸੀਂ ਆਹ ਇਕੁਏਸ਼ਨਾਂ ਯੂਜ਼ ਕਰਨੀਆਂ ਆ ਠੀਕ ਹੈ ਜੀ ਓਕੇ ਥੈਂਕ ਯੂ ਤੇ ਹੁਣ ਅੱਗੇ ਮੈਕਸਿਮਮ ਹਾਈਟ ਇਹਦੀ ਕੈਲਕੂਲੇਟ ਕਰਦੇ ਹਾਂ ਹੁਣ ਦੇਖੋ ਰਾਜੇ ਮੈਕਸਿਮਮ ਹਾਈਟ ਸਾਡੀ ਜਿਹੜੀ ਆ ਉਹ ਕੀ ਆ ਮੈਕਸਿਮਮ ਵਰਟੀਕਲ ਡਿਸਟੈਂਸ ਕਵਰਡ ਬਾਈ ਦਾ ਪ੍ਰੋਜੈਕਟਾਈਲ ਵਰਟੀਕਲ ਮਤਲਬ ਉੱਪਰ ਨੂੰ ਜਿਹੜਾ ਮੈਕਸਿਮਮ ਡਿਸਟੈਂਸ ਕਵਰ ਕੀਤਾ ਉਹਨੂੰ ਤੁਸੀਂ ਕੀ ਬੋਲਦੇ ਮੈਕਸਿਮਮ ਹਾਈਟ ਇਹਨੂੰ ਕਿਹਦੇ ਨਾਲ ਡਿਨੋਟ ਕਰਦੇ ਕੈਪੀਟਲ H ਨਾਲ ਹੁਣ ਜਿਹੜੇ ਤੁਹਾਨੂੰ ਨੋਟ ਲਗਾਏ ਸੀ ਉਹਨਾਂ ਦੇ ਵਿੱਚ ਦੇਖੋ ਇਹਨੂੰ ਫਾਈਂਡ ਕਰਨ ਦੇ ਲਈ ਕਿਹੜੀ ਇਕੁਏਸ਼ਨ ਯੂਜ਼ ਕਰਨੀ ਆ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿਹੜੀ ਇਕੁਏਸ਼ਨ ਯੂਜ਼ ਕਰਨੀ ਆ v² - u² = 2as ਵਾਲੀ ਠੀਕ ਆ ਹੁਣ v ਦੀ ਜਗ੍ਹਾ ਇੱਥੇ ਕੀ ਲਿਖਣਾ v ਦੇ ਪੈਰ ਚ y ਕਿਉਂਕਿ ਇਹ ਕੀ ਹੈ ਵਰਟੀਕਲ ਡਿਸਟੈਂਸ ਹੈ ਇਸ ਕਰਕੇ ਵਰਟੀਕਲ ਕੰਪੋਨੈਂਟ ਯੂਜ਼ ਕਰਨੇ ਆ v ਦੇ ਪੈਰ ਚ y ਦਾ ਹੋਲ ਸਕੁਅਰ ਮਾਈਨਸ u ਦੇ ਪੈਰ v
v0y u ਦੀ ਜਗ੍ਹਾ ਇੱਥੇ ਕੀ ਯੂਜ਼ ਕਰਨਾ v0y ਮਤਲਬ v ਦੀ ਜਗ੍ਹਾ ਕੀ ਯੂਜ਼ ਕਰਨਾ v ਦੇ ਪੈਰ ਚ y ਤੇ u ਦੀ ਜਗ੍ਹਾ ਕੀ ਯੂਜ਼ ਕਰਨਾ v0y ਤੇ a ਦੀ ਜਗ੍ਹਾ ਇੱਥੇ ਕੀ ਯੂਜ਼ ਕਰਨਾ a ਦੇ ਪੈਰ ਚ y ਤੇ s ਦੀ ਜਗ੍ਹਾ ਇੱਥੇ ਕੀ ਯੂਜ਼ ਕਰਨਾ ਕੈਪੀਟਲ H ਠੀਕ ਆ v0y ਦਾ ਸਕੁਅਰ ਮਾਈਨਸ ਸੌਰੀ ਇਕੁਅਲ ਟੂ 2a ਦੇ ਪੈਰ ਚ y s ਦੀ ਜਗ੍ਹਾ ਤੁਸੀਂ ਕੀ ਲਿਖਣਾ h ਮੈਕਸਿਮਮ ਹਾਈਟ ਜਿਹੜੀ ਉਹਨੇ ਗੇਨ ਕੀਤੀ ਆ ਮੈਕਸਿਮਮ ਹਾਈਟ ਇੱਥੇ y ਵੀ ਲਿਖ ਸਕਦੇ ਆ ਪਹਿਲਾਂ ਸਟਾਰਟਿੰਗ ਦੇ ਵਿੱਚ ਤੁਸੀਂ y ਵੀ ਲਿਖ ਸਕਦੇ ਆ ਜ਼ਰੂਰੀ ਨਹੀਂ ਹੈ ਕਿ ਇੱਥੇ h ਲਿਖਣੀ ਆ ਇੱਥੇ ਤੁਸੀਂ y ਵੀ ਪਹਿਲਾਂ ਸਟਾਰਟ ਦੇ ਵਿੱਚ ਲਿਖ ਸਕਦੇ ਆ ਇੱਥੇ ਜੇ y ਲਿਖ ਦੂੰਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਓਕੇ ਹੁਣ ਆਪਾਂ ਇੱਥੇ ਜਿਹੜੇ ਵੈਲਿਊਜ਼ ਪੁੱਟ ਕਰਨੀਆਂ ਉਹ ਦੇਖੋ ਕਿਹੜੇ ਹਿਸਾਬ ਨਾਲ ਪੁੱਟ ਕਰਨੀਆਂ ਆ ਹੁਣ ਬੜੇ ਧਿਆਨ ਦੇ ਨਾਲ ਸਮਝਣਾ v0y ਆਪਾਂ ਪਹਿਲੇ ਲੈ ਕੇ ਆਏ v0y ਕਿੰਨਾ ਯੂਜ਼ ਕਰਨਾ ਆ v0y मतलब वर्टिकल कंपोनेंट इनिशियल वर्टिकल कंपोनेंट वेलोसिटी ਦਾ ਕੀ ਹੈ u sin थीटा ਤੇ a ਦੇ ਪੈਰ ਚ y ਆਪਾਂ ਕੀ ਯੂਜ਼ ਕਰਨਾ ਆ ਕਿਉਂਕਿ वर्टिकल ਹੈ ਇਸ ਕਰਕੇ ਆਪਾਂ ਕੀ ਲਿਖਾਇਆ ਸੀ -g ਕਿਉਂਕਿ ਇਹ ਉੱਪਰ ਨੂੰ ਜਾ ਰਿਹਾ ਹੈ ਤੇ ਜਿਹੜੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਉਹ ਕਿੱਧਰ ਨੂੰ ਲੱਗ ਰਹੀ ਹੈ ਨੀਚੇ ਨੂੰ ਇਸ ਕਰਕੇ ਇੱਥੇ ਨੈਗੇਟਿਵ ਸਾਈਨ ਯੂਜ਼ ਕੀਤਾ ਠੀਕ ਆ ਤੇ y ਦੀ ਜਗ੍ਹਾ ਅਸੀਂ ਕੀ ਯੂਜ਼ ਕਰਨਾ ਆ y ਦੀ ਜਗ੍ਹਾ ਅਸੀਂ ਕੀ ਯੂਜ਼ ਕਰਨਾ ਇਹ ਚੀਜ਼ ਤੇ ਆ ਜਿਹੜਾ ਮੇਨ by ਦੇ ਵਿੱਚ b ਦੇ ਪੈਰ ਚ y ਆ ਉਹਦੇ ਦੀ ਜਗ੍ਹਾ ਕੀ ਯੂਜ਼ ਕਰਨਾ ਇਹ ਦੋ ਚੀਜ਼ਾਂ ਮੇਨ ਹੈ ਇੱਥੇ b ਦੇ ਪੈਰ ਚ y ਪਹਿਲਾਂ ਜਿਹੜਾ ਆ ਫਾਈਨਲ ਵੈਲੋਸਿਟੀ ਅਲੋਂਗ ਵਰਟੀਕਲ ਕਿਉਂਕਿ ਦੇਖੋ ਇੱਥੇ ਕੀ ਆਪਾਂ ਕੀ ਕੱਢ ਰਹੇ ਆ ਮੈਕਸਿਮਮ ਹਾਈਟ ਮਤਲਬ ਇੱਥੋਂ ਚੀਜ਼ ਚੱਲੀ ਇੱਥੇ ਜਦੋਂ ਜਾਈ ਜਾਂਦੀ ਇੱਥੇ ਪਹੁੰਚੀ ਆ ਇੱਥੇ ਜਾ ਕੇ ਪਹੁੰਚ ਗਏ ਜਿੱਥੇ ਇਹਦੀ ਮੈਕਸਿਮਮ ਹਾਈਟ ਹੁੰਦੀ ਆ ਉੱਥੇ ਇਹਦੀ ਉਹਨੇ ਥੱਲੇ ਨੂੰ ਕਿਉਂ ਮੁੜੀ ਆ ਦੇਖੋ ਆ ਚੀਜ਼ ਕੋਈ ਵੀ ਚੀਜ਼ ਤੁਸੀਂ ਉੱਪਰ ਨੂੰ ਸੁੱਟਦੇ ਆ ਚਾਹੇ ਉੱਪਰ ਨੂੰ ਵੀ ਇੱਧਰ ਸਿੱਟੀ ਆ ਚਾਹੇ ਤੁਸੀਂ ਇਸ ਤਰ੍ਹਾਂ ਦਾ ਮੋਸ਼ਨ ਆ ਠੀਕ ਆ ਉਹਦੇ ਵਿੱਚ ਜਿਹੜੀ ਚੀਜ਼ ਦੀ ਡਾਇਰੈਕਸ਼ਨ ਕਿਉਂ ਚੇਂਜ ਹੁੰਦੀ ਆ ਉਹ ਉੱਪਰ ਨੂੰ ਜਾਂਦੀ ਨੀਚੇ ਨੂੰ ਕਿਉਂ ਆਉਣਾ ਸ਼ੁਰੂ ਹੋ ਜਾਂਦੀ ਕਿਉਂਕਿ ਜਿੱਥੇ ਮੈਕਸਿਮਮ ਹਾਈਟ ਹੋਣੀ ਆ ਬੜੇ ਧਿਆਨ ਨਾਲ ਸਮਝਣਾ ਜਿੱਥੇ ਮੈਕਸਿਮਮ ਹਾਈਟ ਹੋਣੀ ਆ ਉੱਥੇ ਇਹਦੀ ਵੈਲੋਸਿਟੀ ਕੀ ਹੋਣੀ ਆ 0 ਹੋ ਜਾਣੀ ਆ ਯਾਨੀ ਕਿ ਜਿੰਨਾ ਵੱਧ ਤੋਂ ਵੱਧ ਉੱਚਾ ਜਾ ਸਕਦਾ ਸੀਗਾ ਉਸ ਪੁਆਇੰਟ ਤੇ ਸਭ ਤੋਂ ਹਾਈਐਸਟ ਪੁਆਇੰਟ ਤੇ ਉਹਦੀ ਵੈਲੋਸਿਟੀ ਕੀ ਰਹਿਣੀ ਆ 0 ਰਹਿਣੀ ਆ ਠੀਕ ਆ ਇਹ ਆਪਾਂ ਲਾਈਨ ਜਿਹੜੀ ਹੈ ਸਟਾਰਟਿੰਗ ਦੇ ਵਿੱਚ ਵੀ ਲਿਖੀ ਸੀ ਜਿੱਥੇ ਮੈਂ ਸਟਾਰਟਿੰਗ ਦੇ ਵਿੱਚ ਇਹਦੇ ਵਿੱਚ ਥੋੜੀਆਂ ਜਿਹੀਆਂ ਲਾਈਨਾਂ ਲਿਖੀਆਂ ਸੀ ਉਹਦੇ ਵਿੱਚ ਵੀ ਲਿਖਿਆ ਸੀ ਕਿ ਜਿਹੜਾ ਵਰਟੀਕਲ ਕੰਪੋਨੈਂਟ ਆ ਉਹ ਹੌਲੀ ਰਿਡਿਊਸ ਹੋਈ ਜਾਣਾ ਕਿੰਨਾ ਚਿਰ ਰਿਡਿਊਸ ਹੋਈ ਜਾਣਾ 0 ਪਹੁੰਚਣਾ ਆ ਜਦੋਂ ਮੈਕਸਿਮਮ ਹਾਈਟ ਗੇਨ ਕਰਨੀ ਆ ਓਕੇ ਇਹ ਵਾਲੀ ਚੀਜ਼ ਹੈ ਇੱਥੇ ਤੇ y ਦੀ ਜਗ੍ਹਾ ਕੀ ਯੂਜ਼ ਕਰਨਾ ਕੈਪੀਟਲ H ਤੇ vy ਦੀ ਜਗ੍ਹਾ ਤੁਸੀਂ ਕੀ ਯੂਜ਼ ਕਰਨਾ 0 ਠੀਕ ਆ ਹੁਣ y ਦੀ ਜਗ੍ਹਾ ਕੈਪੀਟਲ H ਕਿਉਂ ਯੂਜ਼ ਕਰ ਰਹੇ ਆ ਉਹਦਾ ਰੀਜ਼ਨ ਕੀ ਆ ਕਿ ਮੈਕਸਿਮਮ ਹਾਈਟ ਕੈਲਕੂਲੇਟ ਕਰਨੀ ਆ ਹੁਣ ਇੱਥੇ ਵੈਲਿਊ ਪੁੱਟ ਕਰ ਲੈਣੀ ਆ ਇਹਦਾ ਆ ਜਾਣਾ 0 ਦਾ ਸਕੁਅਰ ਇਜ਼ ਇਕੁਅਲ ਟੂ ਇੱਥੇ ਕੀ ਆ ਜਾਣਾ ਤੁਹਾਡੇ ਕੋਲ u sin θ ਇਹਦਾ ਹੋਲ ਸਕੁਅਰ ਇਜ਼ ਇਕੁਅਲ ਟੂ 2 ਐਦਾਂ ਹੀ a ਦੇ ਪੈਰ ਚ ਜਿਹੜਾ y ਆ ਉਹਦੀ ਜਗ੍ਹਾ -g y ਦੀ ਜਗ੍ਹਾ ਕੈਪੀਟਲ H ਠੀਕ ਹੈ ਜੀ ਹੁਣ ਕਈ ਬੱਚਿਆਂ ਦੇ ਮੈਨੂੰ ਇੱਥੇ ਕੁਐਸਚਨ ਹੋਣਾ ਆ ਕਿ ਸਰ ਇੱਥੇ y -h ਕਿਉਂ ਨਹੀਂ ਲਿਖਿਆ y -h ਇਸ ਕਰਕੇ ਨਹੀਂ ਲਿਖਿਆ ਕਿਉਂਕਿ ਆਪਾਂ ਜਿਹੜੀ ਆ ਹਾਈਟ ਕਿੱਧਰ ਨੂੰ ਕਾਊਂਟ ਕਰ ਰਹੇ ਆ ਉੱਪਰ ਨੂੰ ਕਾਊਂਟ ਕਰ ਰਹੇ ਆ ਤੇ ਜੇ ਉੱਪਰ ਨੂੰ ਕਾਊਂਟ ਕਰ ਰਹੇ ਆ ਤਾਂ ਉਹਦੇ ਲਈ ਸਾਈਨ ਕਿਹੜਾ ਲਾਉਣਾ ਆ ਪਲੱਸ ਦਾ ਹੀ ਲੱਗਣਾ ਆ ਤੇ ਕਿਉਂਕਿ ਉੱਪਰ ਵਾਲੀ ਚੀਜ਼ ਨੂੰ ਆਪਾਂ ਪਲੱਸ ਲੈ ਰਹੇ ਆ ਉੱਪਰਲੀ ਹਾਈਟ ਨੂੰ ਕਿਉਂਕਿ ਇਹ ਆਪਾਂ ਉੱਪਰ ਵਾਲੇ ਪਾਸੇ ਨੂੰ ਹੀ ਤਾਂ ਜਾ ਰਹੇ ਆ ਠੀਕ ਆ ਉੱਪਰ ਵਾਲੇ ਪਾਸੇ ਨੂੰ ਜਾ ਰਹੇ ਆ ਇਸ ਕਰਕੇ ਉੱਪਰਲੀ ਹਾਈਟ ਨੂੰ ਅਸੀਂ ਪਲੱਸ ਲੈਣਾ ਆ ਤੇ ਜੇ ਆਪਾਂ ਡਾਊਨ ਡੈਪਥ ਕੈਲਕੂਲੇਟ ਕਰੀਦੀ ਆ ਉਦੋਂ ਅਸੀਂ ਨੈਗੇਟਿਵ ਸਾਈਨ ਲੈਣਾ ਹੁੰਦਾ ਓਕੇ ਇੱਥੇ ਤੁਹਾਡੇ ਕੋਲ ਆ ਜਾਣਾ ਆ ਮਾਈਨਸ ਸਾਈਨ ਇਹਦੇ ਅੱਗੇ ਮਲਟੀਪਲਾਈ ਹੋ ਜਾਣਾ u ਦਾ ਸਕੁਅਰ sin ਸਕੁਅਰ ਥੀਟਾ ਸਕੁਅਰ ਦਾ ਕੱਲੇ ਤੇ ਹੋ ਜਾਣਾ u ਦਾ ਸਕੁਅਰ ਵੱਖਰਾ sin ਦਾ ਸਕੁਅਰ ਵੱਖਰਾ ਆ ਮਾਈਨਸ ਸਾਈਨ ਇਜ਼ ਇਕੁਅਲ ਟੂ -2gh ਮਾਈਨਸ ਨਾ ਮਾਈਨਸ ਕੱਟੇ ਗਏ ਇੱਥੇ ਆਪਾਂ h ਦੀ ਵੈਲਿਊ ਕੈਲਕੂਲੇਟ ਕਰਨੀ h ਇਜ਼ ਇਕੁਅਲ ਟੂ ਕੀ ਆ ਜਾਣਾ ਆ 2g ਇੱਧਰ ਮਲਟੀਪਲਾਈ ਤੇ ਉੱਧਰ ਜਾ ਕੇ ਡਿਵਾਈਡ ਮਤਲਬ u ਸਕੁਅਰ sin ਸਕੁਅਰ ਥੀਟਾ ਓਵਰ 2g ਆ ਸਾਡੇ ਕੋਲ ਮੈਕਸਿਮਮ ਹਾਈਟ ਦੀ ਵੈਲਿਊ ਆ ਗਈ ਹੁਣ ਇਹਦੇ ਵਿੱਚ ਕੁਝ ਸਪੈਸ਼ਲ ਕੇਸ ਆ ਸਪੈਸ਼ਲ ਕੇਸ ਕੀ ਆ ਕਿ ਇਸ ਮੈਕਸਿਮਮ ਹਾਈਟ ਨੂੰ ਆਪਾਂ ਵਧਾ ਸਕਦੇ ਹਾਂ ਕਿਹੜੇ ਤਰੀਕੇ ਨਾਲ ਵਧਾ ਸਕਦੇ ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਮੈਕਸਿਮਮ ਹਾਈਟ ਜਿਹੜੀ ਆ ਜਿਹੜੀ ਹਾਈਟ ਸਾਨੂੰ ਇੰਨੀ ਕੁ ਮਿਲੀ ਆ ਇਹ ਹਾਈਟ ਹੋਰ ਜ਼ਿਆਦਾ ਮਿਲ ਜੇ ਤਾਂ ਇਹ ਕਿਸ ਤਰ੍ਹਾਂ ਵਧਾਈ ਜਾ ਸਕਦੀ ਆ ਜੇ ਅਸੀਂ ਇਨੀਸ਼ੀਅਲ ਵੈਲੋਸਿਟੀ ਵਧਾ ਦਈਏ ਮਤਲਬ
ਉਹਨੂੰ ਹੋਰ ਜ਼ਿਆਦਾ ਸਪੀਡ ਦੇ ਨਾਲ ਸਿੱਟੀਏ, ਠੀਕ ਆ, ਤਾਂ ਉਹਦੀ ਜਿਹੜੀ ਆ ਹਾਈਟ ਵੱਧ ਸਕਦੀ ਆ। ਨੰਬਰ 2, ਸਾਈਨ ਥੀਟੇ ਦੀ ਵੈਲਿਊ ਜੇ ਇਨਕਰੀਜ਼ ਹੋ ਜਾਏ। ਸਾਈਨ ਥੀਟੇ ਦੀ ਵੈਲਿਊ ਕਿੱਦਾਂ ਇਨਕਰੀਜ਼ ਹੋਏਗੀ? ਜੇ ਥੀਟਾ ਇਨਕਰੀਜ਼ ਕਰੇਗਾ, ਮਤਲਬ ਐਂਗਲ ਇਨਕਰੀਜ਼ ਕਰ ਦੋ। ਤੇ ਸਾਈਨ ਥੀਟੇ ਦੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਆ? ਸਾਈਨ ਥੀਟੇ ਦੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਆ? ਸਾਈਨ ਥੀਟੇ ਦੀ ਸਭ ਤੋਂ ਵੱਡੀ ਵੈਲਿਊ ਜਿਹੜੀ ਆ, ਸਭ ਤੋਂ ਵੱਡੀ ਵੈਲਿਊ, ਚਾਹੇ ਐਂਗਲ ਜਿੰਨਾ ਮਰਜ਼ੀ ਲੈ ਲਓ, ਸਾਈਨ ਥੀਟੇ ਦੀ ਸਭ ਤੋਂ ਵੱਡੀ ਵੈਲਿਊ ਜਿਹੜੀ ਆ 1 ਹੋਣੀ ਆ। ਤੇ 1 ਕਦੋਂ ਹੋਣੀ ਆ? ਜਦੋਂ 90 ਡਿਗਰੀ ਦਾ ਹੋਣਾ। ਮਤਲਬ ਇਹਦੇ ਵਿੱਚ ਪੁਆਇੰਟ ਤੁਸੀਂ ਲਿਖ ਸਕਦੇ ਆ। ਫਸਟ ਪੁਆਇੰਟ, ਇਫ ਯੂ ਇਨਕਰੀਜ਼, ਮੈਂ ਸ਼ਾਰਟਕਟ ਤੇ ਲਿਖ ਰਹੇ ਆ, ਇਫ ਯੂ ਇਨਕਰੀਜ਼ then h also increase, h ਜਿਹੜਾ ਆ ਉਹ ਵੀ ਵਧੇਗਾ, ਠੀਕ ਆ। ਸੈਕਿੰਡ, if theta increase then h also increase, ਤਾਂ h ਵੀ ਵਧੇਗਾ। ਪਰ ਹੁਣ ਥੀਟਾ ਮੈਕਸਿਮਮ ਕਿੰਨਾ ਲੈ ਕੇ ਜਾ ਸਕਦੇ ਆ? ਮਸਲਾ ਤਾਂ ਇਹ ਹੈ ਕਿ ਥੀਟਾ, ਹੁਣ ਥੀਟਾ ਜਿਹੜਾ ਹੈ 0 ਡਿਗਰੀ ਤੋਂ, ਅੱਜ 0 ਡਿਗਰੀ ਤੋਂ ਵੱਡਾ ਆ ਤੇ 90 ਤੋਂ ਛੋਟਾ ਰੱਖਣਾ ਪੈਣਾ ਆ, ਠੀਕ ਆ। ਵੱਧ ਤੋਂ ਵੱਧ ਐਂਗਲ ਕਿੰਨਾ ਲੈ ਕੇ ਜਾ ਸਕਦੇ ਆ? 90 ਡਿਗਰੀ। ਕਿਉਂ 90 ਡਿਗਰੀ? ਕਿਉਂਕਿ ਚੀਜ਼ ਨੂੰ ਤੁਸੀਂ ਵੱਧ ਤੋਂ ਵੱਧ ਜੇ ਮੈਕਸਿਮਮ ਹਾਈਟ ਗੇਨ ਕਰਨੀ ਆ ਤਾਂ ਉਹਨੂੰ ਸਿੱਧਾ ਉੱਪਰ ਨੂੰ ਇਦਾਂ ਸੁੱਟ ਸਕਦੇ ਆ, ਠੀਕ ਆ, ਤਾਂ ਹੀ ਮੈਕਸਿਮਮ ਹਾਈਟ ਹੋਏਗੀ। ਮਤਲਬ ਜੇ ਤੁਸੀਂ ਇਹ ਤਾਂ ਆ ਜੇ ਤੁਸੀਂ u ਫਿਕਸ ਕੀਤੀ, ਜੇ ਉਧਰੋਂ ਤੁਸੀਂ u ਵੀ ਇਨਕਰੀਜ਼ ਕਰੀ ਜਾਓ ਤੇ sin ਥੀਟਾ ਵੀ ਇਨਕਰੀਜ਼ ਕਰੀ ਜਾਓ ਤਾਂ ਫਿਰ ਤਾਂ ਚੀਜ਼ ਇਨਕਰੀਜ਼ ਹੋ ਹੀ ਜਾਣੀ। ਆਪਾਂ ਮੰਨ ਲਿਆ ਕਿ u ਜਿਹੜੀ ਇਨੀਸ਼ੀਅਲ ਵੈਲੋਸਿਟੀ ਇੰਨੀ ਹੀ ਰੱਖਣੀ ਆ, ਇਸ ਕਰਕੇ ਉਹਦੀ ਮੈਕਸਿਮਮ ਹਾਈਟ ਕਦੋਂ ਆ ਸਕਦੀ ਹੈ? ਜਦੋਂ ਥੀਟਾ 90 ਡਿਗਰੀ ਹੋਵੇ, ਮਤਲਬ ਸਿੱਧਾ ਉੱਪਰ ਨੂੰ ਸਿੱਟਿਆ ਜਾਵੇ, ਠੀਕ ਆ। ਇਹ that is if theta equal to 90 degree then h is maximum, h ਜਿਹੜੀ ਹੈ ਸਭ ਤੋਂ ਵੱਧ ਹੋਏਗੀ ਜਦੋਂ ਥੀਟਾ 90 ਡਿਗਰੀ ਆ। if u is fixed, ਇਨੀਸ਼ੀਅਲ ਵੈਲੋਸਿਟੀ ਜੇ ਫਿਕਸ ਕਰ ਦਈਏ ਤਾਂ, ਠੀਕ ਆ। ਇਹਦਾ ਮਤਲਬ therefore ਇਸ ਕੇਸ ਦੇ ਲਈ h ਕਿਹਦੇ ਇਕੁਅਲ ਆ ਜਾਣਾ? sin ਥੀਟਾ ਦੀ ਵੈਲਿਊ, sin ਥੀਟੇ ਦੀ ਵੈਲਿਊ ਕਿੰਨੀ ਲਿਖੀ ਸੀਗੀ ਮੈਂ? sin ਥੀਟੇ ਦੀ ਵੈਲਿਊ ਕਿੰਨੀ ਹੋਣੀ ਚਾਹੀਦੀ ਹੈ? 1 ਹੋਣੀ ਚਾਹੀਦੀ ਆ। ਤੇ ਜੇ sin ਥੀਟੇ ਦੀ ਵੈਲਿਊ 1 ਹੋਣੀ ਚਾਹੀਦੀ ਆ ਦੇਖੋ ਲਿਖੀ ਹੋਈ sin ਥੀਟਾ ਇਕੁਅਲ ਟੂ 1 ਹੋਣਾ ਚਾਹੀਦਾ ਆ, ਤਾਂ ਇਹਦਾ ਮਤਲਬ ਇੱਥੇ sin ਥੀਟੇ ਦੀ ਵੈਲਿਊ 1 ਭਰਤੀ ਆ ਤਾਂ h ਇਕੁਅਲ ਟੂ ਆ ਗਿਆ u ਸਕੁਅਰ ਓਵਰ 2g। ਉਹਦੀ ਮੈਕਸਿਮਮ ਹਾਈਟ ਹੋਏਗੀ। ਮਤਲਬ ਇੱਥੇ u ਦੀ ਵੈਲਿਊ ਭਰ ਲਓ, g ਦੀ ਵੈਲਿਊ ਭਰ ਲਓ, ਜਿਹੜਾ ਵੀ ਆਨਸਰ ਆਊਗਾ ਉਹ ਤੁਹਾਡੀ ਮੈਕਸਿਮਮ ਹਾਈਟ ਹੋਊਗੀ। ਯਾਨੀ ਕਿ ਜੇ ਤੁਸੀਂ ਇਹਨੂੰ ਬੜੇ ਧਿਆਨ ਦੇ ਨਾਲ ਕਨਸੈਪਟ ਨੂੰ ਸਮਝੋ, ਜੇ ਤੁਸੀਂ u ਨੂੰ ਇਨਕਰੀਜ਼ ਕਰਦੇ ਆ, u ਵਧਾਉਣੇ ਆ, ਮਤਲਬ ਇਨੀਸ਼ੀਅਲ ਵੈਲੋਸਿਟੀ ਵਧਾਉਣੇ ਆ, ਤਾਂ ਫਿਰ h ਮੈਕਸਿਮਮ ਵਧੀ ਜਾਣੀ ਆ, h ਦੀ ਜਿਹੜੀ ਵੈਲਿਊ ਆ ਇਨਕਰੀਜ਼ ਹੋ ਜਾਣੀ ਆ, ਮਤਲਬ ਹਾਈਟ ਜਿਹੜੀ ਆ ਉਹ ਇਨਕਰੀਜ਼ ਹੋ ਜਾਣੀ ਆ। ਮਤਲਬ ਜਿੰਨੀ ਤੁਸੀਂ ਸਪੀਡ ਦੇ ਨਾਲ ਇਹਨੂੰ ਸਿੱਟੀ ਜਾਣਾ ਉਨਾ ਜ਼ਿਆਦਾ ਉਹਨੇ ਉੱਪਰ ਨੂੰ ਉੱਚਾ ਉੱਠਣਾ ਆ। ਓਕੇ, ਨੰਬਰ 1। ਨੰਬਰ 2, ਤੁਸੀਂ ਕਹਿੰਦੇ ਕਿ ਸਰ ਅਸੀਂ u ਫਿਕਸ ਕਰਤੀ ਆ, ਅਸੀਂ u ਨਹੀਂ ਇਨਕਰੀਜ਼ ਕਰਨੀ, ਸਾਡੇ ਕੋਲ ਜਿੰਨੀ ਵੈਲੋਸਿਟੀ ਦੇ ਹੋਣੀ ਸੀਗੀ ਅਸੀਂ ਦੇਤੀ ਆ, ਅਸੀਂ ਇਸ ਤੋਂ ਵੱਧ ਵੈਲੋਸਿਟੀ ਨਹੀਂ ਦੇ ਸਕਦੇ। ਇਸ ਤੋਂ ਇਲਾਵਾ ਕੋਈ ਹੋਰ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਹਾਈਟ ਨੂੰ ਮੈਕਸਿਮਮ ਕਰ ਲਈਏ? ਤਾਂ ਆਪਾਂ ਕਹੇ ਹਾਈਟ ਨੂੰ ਮੈਕਸਿਮਮ ਕੀਤਾ ਜਾ ਸਕਦਾ ਆ ਜੇ ਤੁਸੀਂ ਐਂਗਲ ਇਨਕਰੀਜ਼ ਕਰੀ ਜਾਓ, ਠੀਕ ਆ। ਐਂਗਲ ਪਹਿਲਾਂ 30 ਡਿਗਰੀ ਤੇ ਸਿੱਟਿਆ, 30 ਤੋਂ 45 ਤੇ ਪਹੁੰਚ ਗਏ, 45 ਤੋਂ 60 ਤੇ ਪਹੁੰਚ ਗਏ, 60 ਤੋਂ 75 ਤੇ ਪਹੁੰਚੇ, 75 ਤੋਂ 90 ਤੇ ਪਹੁੰਚੇ। ਫਿਰ ਤੁਸੀਂ ਮੈਨੂੰ ਇਹ ਕੁਐਸਚਨ ਪੁੱਛਿਆ ਕਿ ਸਰ ਅੱਛਾ ਇਹ ਦੱਸੋ ਕਿ ਐਂਗਲ ਇਨਕਰੀਜ਼ ਕਰ ਲਿਆ, ਫਿਰ ਐਂਗਲ ਕੀ ਅਸੀਂ ਕਿੰਨਾ ਵੱਧ ਤੋਂ ਵੱਧ ਇਨਕਰੀਜ਼ ਕਰ ਸਕਦੇ ਹਾਂ? ਤਾਂ ਅਸੀਂ ਐਂਗਲ ਵੱਧ ਤੋਂ ਵੱਧ ਕਿੰਨਾ ਲੈ ਸਕਦੇ ਹਾਂ? 90 ਡਿਗਰੀ ਲੈ ਸਕਦੇ ਹਾਂ, ਕਿਉਂਕਿ ਚੀਜ਼ ਨੂੰ ਸਿੱਧਾ ਉੱਪਰ ਨੂੰ ਸੁੱਟਾਂਗੇ ਤਾਂ ਐਂਗਲ ਕਿੰਨਾ ਬਣਦਾ? 90 ਡਿਗਰੀ ਬਣਦਾ ਆ, ਤੇ ਉਹੀ ਮੈਕਸਿਮਮ ਹਾਈਟ ਹੋ ਸਕਦੀ ਆ। ਕਿ ਹੁਣ ਤੁਹਾਡੇ ਵਿੱਚੋਂ ਕੁਝ ਬੱਚਿਆਂ ਦਾ ਮੈਨੂੰ ਇਹ ਵੀ ਕੁਐਸਚਨ ਹੋ ਸਕਦਾ ਕਿ ਸਰ ਅਸੀਂ 90 ਤੋਂ ਉੱਪਰ ਐਂਗਲ ਵਧਾ ਸਕਦੇ ਹਾਂ? ਨਹੀਂ, 90 ਤੋਂ ਉੱਪਰ ਕਿਉਂ ਨਹੀਂ ਐਂਗਲ ਵਧਾਇਆ? ਕਿ ਜੇ 90 ਤੋਂ ਉੱਪਰ ਐਂਗਲ ਵਧਾਉਣੇ ਆ ਤਾਂ ਤੁਸੀਂ ਆਪ ਸੋਚੋ, ਜੇ ਮੰਨ ਲਓ 120 ਡਿਗਰੀ ਹੈ ਤਾਂ ਐਂਗਲ ਕਿੱਧਰਲੇ ਪਾਸੇ ਬਣ ਜਾਣਾ? ਇੱਧਰਲੇ ਪਾਸੇ ਬਣ ਜਾਣਾ। ਫਿਰ ਪ੍ਰੋਜੈਕਟਾਈਲ ਇੱਧਰ ਨੂੰ ਜਾਣ ਦੀ ਬਜਾਏ ਇੱਧਰ ਨੂੰ ਜਾਣਾ ਆ, ਫਿਰ ਤਾਂ ਕਨਸੈਪਟ ਹੀ ਚੇਂਜ ਹੋ ਗਿਆ, ਠੀਕ ਹੈ। ਇਹ ਜਿਹੜਾ ਤੁਹਾਡਾ ਕਨਸੈਪਟ ਆ ਫਿਰ ਉਸ ਚੀਜ਼ ਤੇ ਡਿਪੈਂਡ ਕਰਦਾ ਆ ਕਿ ਤੁਹਾਡਾ, ਇਸ ਕਰਕੇ ਵੱਧ ਤੋਂ ਵੱਧ ਐਂਗਲ ਕਿਸੇ ਵੀ ਚੀਜ਼ ਨੂੰ ਦੂਰ ਤੁਸੀਂ ਐਂਗਲ ਤੇ ਮਾਰਦੇ ਆ, ਦੂਰ ਸੁੱਟਣਾ ਚਾਹੁੰਦੇ ਆ, ਠੀਕ ਆ, ਤਾਂ ਉਹ ਡਿਪੈਂਡ ਕਿਤੇ ਕਰਦਾ ਇਨੀਸ਼ੀਅਲ ਵੈਲੋਸਿਟੀ ਉਹਨੂੰ ਕਿੰਨੀ ਦਿੱਤੀ ਆ। ਜੇ ਇਨੀਸ਼ੀਅਲ ਵੈਲੋਸਿਟੀ ਫਿਕਸ ਕਰ ਦਿੰਦੇ ਆ ਤਾਂ ਫਿਰ ਉਹ ਕਿੰਨੀ ਦੂਰ, ਮਤਲਬ ਕਿੰਨੀ ਹਾਈਟ ਗੇਨ ਕਰੇਗਾ, ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ? ਐਂਗਲ ਤੇ। ਤੇ ਐਂਗਲ ਵੱਧ ਤੋਂ ਵੱਧ ਮੈਕਸਿਮਮ ਐਂਗਲ ਕਿੰਨਾ ਲੈ ਸਕਦੇ? 90 ਡਿਗਰੀ। ਮਤਲਬ ਕਿਸੇ ਚੀਜ਼ ਨੂੰ ਸਿੱਧਾ ਉੱਪਰ ਨੂੰ ਸੁੱਟ ਕੇ ਤੁਸੀਂ ਮੈਕਸਿਮਮ ਹਾਈਟ ਗੇਨ ਕਰ। ਓਕੇ ਸਟੂਡੈਂਟਸ, ਦੇਖੋ ਹੁਣ ਆਪਾਂ ਗੱਲ ਕਰਦੇ ਹਾਂ ਟਾਈਮ ਆਫ ਫਲਾਈਟ ਦੀ। ਟਾਈਮ ਆਫ ਫਲਾਈਟ ਜਿਹਨੂੰ ਅਸੀਂ ਕੈਪੀਟਲ T ਦੇ ਨਾਲ ਡਿਨੋਟ ਕਰਦੇ ਹਾਂ,
ਕੀ ਹੈ ਕਿ ਟੋਟਲ ਟਾਈਮ ਟੇਕਨ ਬਾय द ਪ੍ਰੋਜੈਕਟਾਈਲ ਫਰੋਮ ਦਾ ਪੁਆਇੰਟ ਆਫ ਪ੍ਰੋਜੈਕਸ਼ਨ। ਪੁਆਇੰਟ ਆਫ ਪ੍ਰੋਜੈਕਸ਼ਨ ਮਤਲਬ ਸਟਾਰਟਿੰਗ ਪੁਆਇੰਟ ਤੋਂ, ਉਹ ਤੋਂ ਲੈ ਕੇ ਜਿਹੜਾ ਇਹਦਾ ਮੈਕਸਿਮਮ ਜਿੱਥੇ ਤੱਕ ਪਹੁੰਚਿਆ, ਠੀਕ ਆ, ਟਿਲ ਇਟ ਹਿਟਸ ਦਾ ਗਰਾਊਂਡ, ਮਤਲਬ ਜਿੰਨਾ ਚਿਰ ਇਹ ਗਰਾਊਂਡ ਨੂੰ ਹਿੱਟ ਨਹੀਂ ਕਰ ਦਿੰਦਾ, ਇਨੀਸ਼ੀਅਲ ਪੁਆਇੰਟ ਤੋਂ ਲੈ ਕੇ ਫਾਈਨਲ ਪੁਆਇੰਟ ਤੱਕ ਪਹੁੰਚਣ ਤੱਕ ਦਾ ਜਿਹੜਾ ਉਹਨੇ ਟੋਟਲ ਟਾਈਮ ਲਿਆ, ਉਹਨੂੰ ਅਸੀਂ ਕੀ ਨਾਮ ਦਿੰਦੇ ਆ, ਟਾਈਮ ਆਫ ਫਲਾਈਟ ਦਾ। ਠੀਕ ਹੈ, ਟਾਈਮ ਆਫ ਫਲਾਈਟ ਇਹਨੂੰ ਕੈਪੀਟਲ ਟੀ ਦੇ ਨਾਲ ਡਿਨੋਟ ਕਰਦੇ। ਇਹਨੂੰ ਫਾਈਂਡ ਕਰਦੇ ਹਾਂ। ਹੁਣ ਇਹਦੇ ਲਈ ਇਕੁਏਸ਼ਨ ਆਪਾਂ ਕਿਹੜੀ ਯੂਜ਼ ਕਰਨੀ ਹੈ, ਦੇਖੋ ਇਹਦੇ ਲਈ ਇਕੁਏਸ਼ਨ ਯੂਜ਼ ਕਰਾਂਗੇ y is equal to, ਕਿਉਂਕਿ ਆਪਾਂ ਕਿਹਾ ਕਿ till it hits the ground, ਮਤਲਬ ਜਿੰਨਾ ਚਿਰ ਗਰਾਊਂਡ ਨੂੰ ਟੱਚ ਨਹੀਂ ਕਰਦਾ, ਇਸ ਕਰਕੇ ਇਹਦੇ ਵਿੱਚ ਜਿਹੜਾ ਕੰਪੋਨੈਂਟ ਯੂਜ਼ ਕਰਾਂਗੇ y ਵਾਲਾ ਯੂਜ਼ ਕਰਾਂਗੇ। y is equal to v0 y ਨਾਲ t plus half a ਦੇ ਪੈਰ ਚ y t square। ਠੀਕ ਹੈ ਜੀ। ਹੁਣ ਇੱਥੇ ਵੈਲਿਊਜ਼ ਕਿਹੜੀਆਂ ਯੂਜ਼ ਕਰਨੀਆਂ, v0 y ਤਾਂ ਦਿੰਦਾ ਪਿਆ ਕਿ ਅਸੀਂ ਕਿਹੜਾ ਯੂਜ਼ ਕਰਨਾ, u sin θ, ਜੋ ਆਪਾਂ ਪਹਿਲਾਂ ਨੋਟ ਦੇ ਵਿੱਚ ਲਿਖੇ ਸੀਗੇ। ਠੀਕ ਆ, ਇਦਾਂ ਹੀ ay ਕਿੰਨਾ ਯੂਜ਼ ਕਰਨਾ, -g, ਗ੍ਰੈਵਿਟੀ ਜਿਹੜੀ ਆ ਨੈਗੇਟਿਵ ਦੇ ਵਿੱਚ ਲੈਣੀ ਆ, t ਟਾਈਮ ਆਫ ਫਲਾਈਟ ਕੈਪੀਟਲ T ਯੂਜ਼ ਕਰਾਂਗੇ। ਇੱਥੇ y ਕੀ ਲਵਾਂਗੇ, ਮਸਲਾ y ਦਾ ਆ ਕਿ y ਕੀ ਲਵਾਂਗੇ। ਆਪਾਂ ਡੈਫੀਨੇਸ਼ਨ ਨੂੰ ਦੇਖਦੇ ਆ ਕਿ ਟੋਟਲ ਟਾਈਮ ਟੇਕਨ by the projectile from the point of projection till it hits the ground, ਮਤਲਬ ਉਨਾ ਚਿਰ ਜਿੰਨਾ ਚਿਰ ਉਹ ਟਾਈਮ ਜਿੰਨਾ ਚਿਰ ਇਹ ਹਵਾ 'ਚ ਰਹਿੰਦਾ, ਜਦੋਂ ਇਹ ਗਰਾਊਂਡ ਨੂੰ ਟੱਚ ਕਰਦਾ ਉੱਥੇ ਤੱਕ ਦਾ ਜਾਨੀ ਕਿ ਟਾਈਮ ਕੈਲਕੂਲੇਟ ਕਰਨਾ ਆ। ਮਤਲਬ ਜਦੋਂ ਗਰਾਊਂਡ ਨੂੰ ਟੱਚ ਕਰਦਾ ਮਤਲਬ B ਪੁਆਇੰਟ ਜਾ ਕੇ, B ਪੁਆਇੰਟ ਕਿੱਥੇ ਆ, ਹੌਰੀਜ਼ੌਂਟਲ ਤੇ, ਹੌਰੀਜ਼ੌਂਟਲ ਐਕਸਿਸ ਤੇ। ਜੇ ਹੌਰੀਜ਼ੌਂਟਲ ਐਕਸਿਸ ਤੇ ਆ ਮਤਲਬ x ਐਕਸਿਸ ਤੇ, ਤਾਂ y ਦਾ ਕੰਪੋਨੈਂਟ ਕੀ ਹੁੰਦਾ ਹੈ, 0 ਹੋਣਾ ਆ। ਇਸ ਕਰਕੇ ਇੱਥੇ y ਦੀ ਵੈਲਿਊ ਕੀ ਲੈਣੀ ਆ, 0 ਲੈਣੀ ਆ। x ਐਕਸਿਸ ਤੇ ਜਿਹੜੀ y ਦੀ ਵੈਲਿਊ ਆ 0 ਹੁੰਦੀ ਆ, ਇਸ ਕਰਕੇ y ਇਕੁਅਲ ਟੂ 0 ਆ ਗਿਆ। ਇੱਥੇ 0 ਇਜ਼ ਇਕੁਅਲ ਟੂ v0y ਦੀ ਜਗ੍ਹਾ ਕੀ ਯੂਜ਼ ਕਰਨਾ, u sin θ ਨਾਲ ਕੀ ਯੂਜ਼ ਕਰ ਲਿਆ, ਕੈਪੀਟਲ T ਪਲੱਸ ਹਾਫ, ਇਦਾਂ ਹੀ ਹਾਫ, ਇਦਾਂ ਹੀ। ਉਸ ਤੋਂ ਬਾਅਦ a ਦੇ ਵਿੱਚ ਜਿਹੜਾ y ਆ ਉਹਦੀ ਜਗ੍ਹਾ ਕੀ ਯੂਜ਼ ਕੀਤਾ, -g, t ਦੀ ਜਗ੍ਹਾ ਕੀ ਯੂਜ਼ ਕੀਤਾ, ਕੈਪੀਟਲ T ਦਾ ਸਕੁਅਰ। ਹੁਣ ਕੀ ਕੀਤਾ, ਆ ਚੀਜ਼ ਜਿਹੜੀ ਆ ਪਲੱਸ ਮਾਈਨਸ ਮਾਈਨਸ, ਆ ਚੀਜ਼ ਇੱਧਰ ਪਲੱਸ ਦੇ ਦੂਜੇ ਪਾਸੇ ਜਾ ਕੇ ਕਾਹਦੇ ਹੋ ਗਏ, ਮਾਈਨਸ ਦੇ। u sin θ ਨਾਲ t ਇਜ਼ ਇਕੁਅਲ ਟੂ ਆ ਗਿਆ -ਹਾਫ gt ਸਕੁਅਰ। ਇਧਰਲੇ ਪਾਸੇ ਵੀ t ਆ, ਦੂਜੇ ਪਾਸੇ ਵੀ t ਆ, ਦੋਨੇ ਪਾਸੇ t ਆ। ਠੀਕ ਆ, ਇਸ ਤਰ੍ਹਾਂ ਕਰ ਲਓ ਕਿ ਆਹ ਵਾਲੀ t ਨੂੰ ਉੱਧਰ ਡਿਵਾਈਡ ਕਰ ਲਓ, ਇਹਨੂੰ ਇੱਧਰ ਡਿਵਾਈਡ ਕਰ ਲਓ। ਆ ਮਾਈਨਸ ਨਾਲ ਮਾਈਨਸ ਕੱਟੇਗਾ, 2 ਇੱਧਰ ਡਿਵਾਈਡ ਤੇ ਉੱਧਰ ਜਾ ਕੇ ਮਲਟੀਪਲਾਈ 2u sin θ ਆ ਗਿਆ, ਤੇ g ਇੱਧਰ ਮਲਟੀਪਲਾਈ ਤੇ ਉੱਧਰ ਜਾ ਕੇ ਡਿਵਾਈਡ ਚ ਹੋ ਗਿਆ, ਇਜ਼ ਇਕੁਅਲ ਟੂ t ਸਕੁਅਰ ਓਵਰ t। ਠੀਕ ਆ, ਇੱਕ t ਨਾ ਇੱਕ t ਕੈਨਸਲ ਹੋ ਗਈ, ਬਚਿਆ ਕੀ, ਕਿਉਂਕਿ ਜਿਹੜਾ t ਸਕੁਅਰ ਆ ਉਹਨੂੰ ਆਪਾਂ ਕਿੱਦਾਂ ਲਿਖ ਸਕਦੇ ਆ, t into t ਓਵਰ ਚ t ਆ, ਇਸ ਕਰਕੇ ਇੱਕ t ਨਾ t ਕੈਨਸਲ ਹੋ ਜਾਣੀ ਆ। ਠੀਕ ਆ, ਤੇ ਇੱਥੇ ਤੁਹਾਡੇ ਕੋਲ t ਦੀ ਵੈਲਿਊ ਕਿੰਨੀ ਆ ਗਈ, t ਇਜ਼ ਇਕੁਅਲ ਟੂ ਆ ਗਿਆ 2u sin θ ਓਵਰ ਚ g, ਆ ਤੁਹਾਡੇ ਕੋਲ ਵੈਲਿਊ ਆ ਗਈ। ਹੁਣ ਗੱਲ ਕਰਦੇ ਆ ਅਸੀਂ t ਨੂੰ ਮੈਕਸਿਮਮ ਕਿੱਦਾਂ ਕਰ ਸਕਦੇ ਆ। ਠੀਕ ਆ, t ਦੀ ਵੈਲਿਊ ਨੂੰ ਅਸੀਂ ਇਨਕਰੀਜ਼ ਕਿੱਦਾਂ ਕਰ ਸਕਦੇ ਆ, ਟਾਈਮ ਆਫ ਫਲਾਈਟ ਨੂੰ ਅਸੀਂ ਇਨਕਰੀਜ਼ ਕਿੱਦਾਂ ਕਰ ਸਕਦੇ ਆ, ਮਤਲਬ ਇਹਨੂੰ ਜ਼ਿਆਦਾ ਟਾਈਮ ਅਸੀਂ ਹਵਾ ਦੇ ਵਿੱਚ ਕਿਸ ਤਰ੍ਹਾਂ ਰੱਖ ਸਕਦੇ ਆ ਕਿ ਸਾਡਾ ਅਸੀਂ ਕਿਸੇ ਚੀਜ਼ ਨੂੰ ਥਰੋ ਕੀਤਾ ਉਹ ਜ਼ਿਆਦਾ ਟਾਈਮ ਹਵਾ ਦੇ ਵਿੱਚ ਰਵੇ। ਠੀਕ ਆ, ਉਹ ਕਿਸ ਤਰ੍ਹਾਂ ਕਰ ਸਕਦੇ ਆ, ਉਹਦੇ ਲਈ ਕੇਸ ਹੈਗਾ ਆ, ਇਫ ਯੂ ਇਨਕਰੀਜ਼, ਜੇ ਇਨੀਸ਼ੀਅਲ ਵੈਲੋਸਿਟੀ ਨੂੰ ਇਨਕਰੀਜ਼ ਕਰੋਗੇ, ਠੀਕ ਆ, ਦੈਨ t ਜਿਹੜੀ ਆ ਆਲਸੋ ਇਨਕਰੀਜ਼, t ਨੇ ਵੀ ਇਨਕਰੀਜ਼ ਕਰਨਾ ਆ। ਸੈਕਿੰਡ, ਇਫ u ਤੁਸੀਂ ਫਿਕਸ ਕਰਤੀ, ਤੁਸੀਂ ਕਹੋਗੇ ਸਰ ਅਸੀਂ ਜਿਹੜੀ ਹੈ ਸਾਡੇ ਕੋਲ ਜਿਹੜੀ ਮੈਕਸਿਮਮ u ਆ ਅਸੀਂ ਜਿੰਨੀ ਲਗਾ ਸਕਦੇ ਲਗਾਤੀ, ਅਸੀਂ ਇਹ ਤੋਂ ਵੱਧ ਹੋਰ ਅਸੀਂ ਫਾਸਟ ਨਹੀਂ ਉਹਨੂੰ ਕਰ ਸਕਦੇ ਹੈਗੇ। ਤੁਸੀਂ ਹੋਰ ਤਰੀਕਾ ਦੱਸੋ ਜਿਹਦੇ ਨਾਲ ਅਸੀਂ ਟਾਈਮ ਆਫ ਫਲਾਈਟ ਉਹਦਾ ਇਨਕਰੀਜ਼ ਕਰੀਏ। ਆਪਾਂ ਕਿਹਾ ਹੈਗਾ ਤਰੀਕਾ, u ਫਿਕਸ ਆ ਤਾਂ u ਫਿਕਸ ਆ ਤਾਂ ਫਿਰ t ਨੂੰ ਕਿੱਦਾਂ ਇਨਕਰੀਜ਼ ਕਰ ਸਕਦੇ ਆ, ਇਫ ਥੀਟਾ ਇਨਕਰੀਜ਼, ਜੇ ਥੀਟਾ ਇਨਕਰੀਜ਼ ਕਰੇ ਮਤਲਬ ਕਿਉਂਕਿ sin ਥੀਟਾ ਜਿਹੜਾ ਆ ਉਹ ਥੀਟੇ ਤੇ ਡਿਪੈਂਡ ਕਰਦਾ, ਜੇ ਥੀਟਾ ਵਧੀ ਜਾਂਦਾ sin ਥੀਟਾ ਵੀ ਇਨਕਰੀਜ਼ ਹੋਈ ਜਾਂਦਾ ਹੁੰਦਾ। ਠੀਕ ਹੈ, ਜੇ ਥੀਟਾ ਇਨਕਰੀਜ਼ ਆ
then t also increase, t भी ਵਧੇਗੀ, ठीक है, t also increase, ਤੇ ਜੇ t increase ਹੁੰਦੀ ਆ, ठीक है, थीटा ਜਿਹੜਾ ਹੈ increase ਕਰੇਗਾ, t भी increase ਕਰੇਗੀ, ਪਰ ਸ਼ਰਤ ਇਹ ਹੈ ਕਿ u ਤੁਸੀਂ ਫਿਕਸ ਕਰਤੀ ਆ। ਹੁਣ ਮੈਕਸਿਮਮ t, ਵੱਧ ਤੋਂ ਵੱਧ t ਕਦੋਂ ਹੋਏਗੀ, ਯਾਨੀ ਕਿ ਮੈਕਸਿਮਮ ਜਿਹੜਾ ਟਾਈਮ ਆਫ ਫਲਾਈਟ ਕਦੋਂ ਹੋਏਗਾ, ਜੇ ਤੁਸੀਂ u ਫਿਕਸ ਕਰ ਦਿੰਦੇ ਆ। ਮੇਰੀ ਵਰਡਿੰਗ ਨੂੰ ਧਿਆਨ ਨਾਲ ਸੁਣ ਲਓ, ਮੈਂ u ਨੂੰ ਫਿਕਸ ਕਰ ਰਿਹਾ ਆ। ਇਨੀਸ਼ੀਅਲ ਵੈਲੋਸਿਟੀ ਯਾਨੀ ਕਿ ਜਿੰਨੀ ਮੈਂ ਦੇ ਸਕਦਾ ਸੀ ਉਹ ਦੇਤੀ ਆ, ਉਹ ਫਿਕਸ ਆ, ਠੀਕ ਆ। ਹੁਣ ਗੱਲ ਮੈਂ ਇਹ ਕਰ ਰਿਹਾ ਆ ਕਿ ਮੈਂ ਟਾਈਮ ਆਫ ਫਲਾਈਟ ਕਿਸ ਤਰ੍ਹਾਂ ਇਨਕਰੀਜ਼ ਕਰ ਦਵਾਂ, ਥੀਟਾ ਕਿੰਨਾ ਵਧਾਵਾਂ, ਥੀਟਾ ਕਿੰਨਾ, ਜਦੋਂ ਸਾਈਨ ਥੀਟੇ ਦੀ ਵੈਲਿਊ 1 ਹੋ ਜਾਏ, ਸਾਈਨ ਥੀਟੇ ਦੀ ਵੈਲਿਊ 1 ਹੋ ਜਾਏ, ਕਿਉਂਕਿ ਸਾਈਨ ਥੀਟੇ ਦੀ ਵੈਲਿਊ 1 ਕਦੋਂ ਹੋ ਸਕਦੀ ਹੈ, ਹੁਣੇ ਪਿਛਲੇ ਟੌਪਿਕ ਦੇ ਵਿੱਚ ਦੱਸ ਕੇ ਆਏ ਕਿ ਸਾਈਨ ਥੀਟੇ ਦੀ ਵੈਲਿਊ 1 ਇੱਕੋ ਕੇਸ ਤੇ ਹੁੰਦੀ ਆ ਜਦੋਂ 90 ਡਿਗਰੀ ਦਾ ਐਂਗਲ ਹੁੰਦਾ ਆ, ਸਾਈਨ 90 ਡਿਗਰੀ, ਤੇ ਮੈਕਸਿਮਮ ਵੈਲਿਊ ਵੀ ਸਾਈਨ ਦੀ ਜਿਹੜੀ ਆ 1 ਹੀ ਹੁੰਦੀ ਆ। ਜਿੰਨਾ ਮਰਜ਼ੀ ਐਂਗਲ ਇਨਕਰੀਜ਼ ਕਰ ਲਓ, ਵੱਧ ਤੋਂ ਵੱਧ ਆਨਸਰ ਇਹਦਾ 1 ਹੀ ਆਉਣਾ ਆ, ਠੀਕ ਆ। ਹੁਣ ਮਤਲਬ ਜੇ ਚੀਜ਼ ਨੂੰ ਤੁਸੀਂ ਸਿੱਧਾ ਸਿੱਟੋਗੇ ਤਾਂ ਉਦੋਂ ਉਹਨੂੰ ਟਾਈਮ ਆਫ ਫਲਾਈਟ ਜ਼ਿਆਦਾ ਲੱਗੇਗਾ ਜੇ ਇਨੀਸ਼ੀਅਲ ਵੈਲੋਸਿਟੀ ਫਿਕਸ ਕਰਤੀ ਆ। ਇਹਦਾ ਮਤਲਬ ਇਫ ਥੀਟਾ ਇਕੁਅਲ ਟੂ 90, ਜੇ ਥੀਟਾ 90 ਆ ਤਾਂ ਫਿਰ t ਜਿਹੜੀ ਆ ਉਹ ਕੀ ਹੋਗੀ, ਮੈਕਸਿਮਮ ਹੋਊਗੀ, ਪਰ ਸ਼ਰਤ ਇਹ ਹੈ ਕਿ ਜੋ u ਫਿਕਸ ਹੋਣੀ ਚਾਹੀਦੀ ਆ ਉਹ ਕਿੰਨੀ ਹੋਊਗੀ, 2u/g। ਓਕੇ, ਇਹ ਹੋ ਗਿਆ ਟਾਈਮ ਆਫ ਫਲਾਈਟ। ਹੁਣ ਆਪਾਂ ਕੱਢਦੇ ਆ ਹੌਰੀਜ਼ੌਂਟਲ ਰੇਂਜ, ਇਹਦਾ ਤੁਸੀਂ ਸਕਰੀਨਸ਼ਾਟ ਲੈ ਲਓ। ਰਾਜੇ ਹੌਰੀਜ਼ੌਂਟਲ ਰੇਂਜ, ਇਹਨੂੰ ਕੈਪੀਟਲ R ਦੇ ਨਾਲ ਡਿਨੋਟ ਕਰਦੇ। ਹੌਰੀਜ਼ੌਂਟਲ ਰੇਂਜ ਜੋ ਤੁਸੀਂ ਪਿਛਲੇ ਪ੍ਰੋਜੈਕਟਾਈਲ ਦੇ ਵਿੱਚ ਕੀਤੀ ਸੀ, ਸੇਮ ਹੀ ਆ, ਨਾ ਤੋਂ ਹੀ ਪਤਾ ਲੱਗਦਾ ਕਿ ਹੌਰੀਜ਼ੌਂਟਲ ਡਿਸਟੈਂਸ, ਮੈਕਸਿਮਮ ਹੌਰੀਜ਼ੌਂਟਲ ਡਿਸਟੈਂਸ ਕਵਰਡ ਬਾय ਦਾ ਪ੍ਰੋਜੈਕਟਾਈਲ ਬਿਟਵੀਨ ਦਾ ਪੁਆਇੰਟ ਆਫ ਪ੍ਰੋਜੈਕਸ਼ਨ। ਪੁਆਇੰਟ ਆਫ ਪ੍ਰੋਜੈਕਸ਼ਨ ਮਤਲਬ ਸਟਾਰਟਿੰਗ ਪੁਆਇੰਟ ਤੋਂ ਫਾਈਨਲ ਪੁਆਇੰਟ ਦੇ ਵਿਚਲਾ ਜਿਹੜਾ ਡਿਸਟੈਂਸ ਆ, ਮਤਲਬ O ਤੋਂ B ਤੱਕ ਦਾ ਮੈਕਸਿਮਮ ਡਿਸਟੈਂਸ ਕਿੰਨਾ ਆ, ਉਹ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ, ਹੌਰੀਜ਼ੌਂਟਲ ਰੇਂਜ। ਇਹ ਇਸ ਟੌਪਿਕ ਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਟੌਪਿਕ ਇਸ ਪ੍ਰੋਜੈਕਟਾਈਲ ਦਾ ਉਹ ਹੈਗਾ ਹੌਰੀਜ਼ੌਂਟਲ ਰੇਂਜ, ਠੀਕ ਆ, ਕਿਉਂਕਿ ਇਹਦੀ ਬਹੁਤ ਲੋੜ ਪੈਂਦੀ ਆ ਕਿ ਮਤਲਬ ਅਸੀਂ ਐਂਗਲ ਵੀ ਇਨਕਰੀਜ਼ ਕਰ ਲਾਂਗੇ, ਇਨੀਸ਼ੀਅਲ ਵੈਲੋਸਿਟੀ ਵੀ ਇਨਕਰੀਜ਼ ਕਰ ਲਾਂਗੇ, ਠੀਕ ਆ। ਇਨੀਸ਼ੀਅਲ ਵੈਲੋਸਿਟੀ ਅਸੀਂ ਵੱਧ ਤੋਂ ਵੱਧ ਇੱਕ ਫਿਕਸ ਵੈਲਿਊ ਤੱਕ ਰੱਖ ਸਕਦੇ ਹਾਂ, ਠੀਕ ਆ, ਸਾਡੀ ਜਿੰਨੀ ਸ਼ਮਤਾ ਹੈ ਅਸੀਂ ਉਹਦੇ ਅਕੋਰਡਿੰਗ ਰੱਖ ਸਕਦੇ ਹਾਂ। ਮੰਨ ਲਓ ਤੁਸੀਂ ਕਹਿਣ ਦਾ ਭਾਵ ਕੀ ਹੈ, ਤੁਹਾਨੂੰ ਮੈਂ ਤੁਹਾਡਾ 3-4 ਬੱਚੇ ਆ ਜਿਹੜੇ ਤੁਸੀਂ ਤੁਹਾਡਾ ਕੰਪੀਟੀਸ਼ਨ ਕਰਵਾਉਣ ਲੱਗ ਪਿਆ, ਠੀਕ ਆ, ਤੁਸੀਂ ਕੀ ਕਰ ਰਹੇ ਆ ਕਿ ਇਸ ਤਰ੍ਹਾਂ ਚੀਜ਼ ਨੂੰ ਥਰੋ ਕਰਦੇ ਪਏ ਆ ਜਿਹਦੇ ਨਾਲ ਮੋਸ਼ਨ ਜਿਹੜਾ ਹੈ ਪ੍ਰੋਜੈਕਟਾਈਲ ਮੋਸ਼ਨ ਬਣ ਰਿਹਾ ਆ, ਠੀਕ ਆ, ਪ੍ਰੋਜੈਕਟਾਈਲ ਮੋਸ਼ਨ ਬਣ ਰਿਹਾ ਆ। ਮੈਂ ਇਹ ਕਹਿ ਰਿਹਾ ਕਿ ਕਿਹੜਾ ਉਹੀ ਬੱਚਾ ਜਿੱਤੇਗਾ ਜਿਹੜਾ ਸਭ ਤੋਂ ਜ਼ਿਆਦਾ ਦੂਰ ਸਿੱਟੇਗਾ, ਠੀਕ ਆ। ਸਭ ਤੋਂ ਜ਼ਿਆਦਾ ਦੂਰ ਕਿੱਥੇ ਸਿੱਟੇਗਾ, ਕਿਸ ਤਰ੍ਹਾਂ ਸਿੱਟੇਗਾ ਕਿ ਜੇ ਹੁਣ ਦੋ ਬੱਚਿਆਂ ਦੀ ਵੈਲੋਸਿਟੀ ਜਿਹੜੀ ਆ ਸੇਮ ਹੋ ਜਵੇ, ਠੀਕ ਆ, ਤਾਂ ਇਹਦਾ ਮਤਲਬ ਉਹ ਦੋਨੇ ਇਕੱਠੇ ਮਤਲਬ ਇੱਕੋ ਜਿਹੇ ਸਿੱਟਣਗੇ, ਠੀਕ ਆ। ਫਿਰ ਕਿਸ ਤਰ੍ਹਾਂ ਉਹ ਤੋਂ ਜਿੱਤਿਆ ਜਾ ਸਕਦਾ ਆ, ਉਹ ਐਂਗਲ ਕਿੰਨੇ ਐਂਗਲ ਤੇ ਸਿੱਟਾਂਗੇ ਚੀਜ਼ ਨੂੰ ਕਿ ਉਹ ਦੂਰ ਜਾ ਕੇ ਡਿੱਗੇ, ਉਹ ਇਸ ਟੌਪਿਕ ਦੇ ਵਿੱਚ ਪਤਾ ਕਰਨੀ ਹੈ, ਨੰਬਰ 1, ਠੀਕ ਆ। ਇਹੀ ਚੀਜ਼ ਆਰਮੀ ਵਾਲੇ ਵੀ ਯੂਜ਼ ਕਰਦੇ ਆ ਕਿ ਮੈਕਸਿਮਮ ਜਿਹੜੀ ਮਿਜ਼ਾਈਲ ਦੇ ਨਾਲ ਮੈਕਸਿਮਮ ਟਾਰਗੇਟ ਆਪਾਂ ਕਿਸ ਤਰ੍ਹਾਂ ਹਿੱਟ ਕਰ ਸਕਦੇ ਆ, ਠੀਕ ਹੈ। ਨੰਬਰ 2, ਨੰਬਰ 3 ਕੱਲਾ ਪੇਪਰ ਦੇ ਵਿੱਚ ਹੌਰੀਜ਼ੌਂਟਲ ਰੇਂਜ ਦੇ ਮੈਕਸਿਮਮ ਹੌਰੀਜ਼ੌਂਟਲ ਰੇਂਜ ਪੁੱਛ ਲੈਂਦੇ ਆ, ਉਹ ਟੌਪਿਕ ਆਪਾਂ ਕਰਨਾ ਆ। ਹੌਰੀਜ਼ੌਂਟਲ ਵਰਡ ਆਪਾਂ ਇੱਥੇ ਯੂਜ਼ ਕਰ ਲਿਆ ਆ। हॉरिजॉन्टल वर्ड ਦਾ ਮਤਲਬ ਕਿ हॉरिजॉन्टल डिस्टेंस ਆ, ਠੀਕ ਹੈ। ਇਸ ਕਰਕੇ ਕੁਐਸਚਨ ਜਿਹੜੀ ਹੈ ਸਿੰਪਲ ਯੂਜ਼ ਕਰਨੀ ਹੈ, x v0, x ਨਾਲ t plus half a ਦੇ ਪੈਰ ਚ x t square। ਓਕੇ ਜੀ, v0x ਇੱਥੇ ਕੀ ਯੂਜ਼ ਕਰਨਾ ਆ, u cos theta as expected, ਸਾਨੂੰ ਪਤਾ ਹੀ ਆ। ax हॉरिजॉन्टल एक्सेलरेशन ਕੀ ਹੈ 0, ਜੋ ਨੋਟ ਦੇ ਵਿੱਚ ਲਿਖਾ ਕੇ ਆਇਆ ਉਹ ਚੀਜ਼ ਹੋ ਗਈ, ਵੈਰੀ ਗੁੱਡ। ਅੱਗੇ x ਕੀ ਆ कैपिटल R ਤੇ t ਕੀ ਹੋਗੀ कैपिटल T। ओके, ਹੁਣ x ਦੀ ਜਗ੍ਹਾ ਤੁਸੀਂ ਭਰ ਦਿਓ ਵੈਲਿਊ R, ਇਹਦੀ ਜਗ੍ਹਾ u cos theta, t ਦੀ ਜਗ੍ਹਾ कैपिटल T ਲਿਖਤਾ प्लस हाफ ax, ax ਦੀ ਜਗ੍ਹਾ ਕੀ ਲਿਖਿਆ 0, ਇਸ ਕਰਕੇ 0 ਹੀ ਆ ਗਿਆ ਕਿਉਂਕਿ 0 ਨੂੰ ਕਿਸੇ ਟਰਮ ਨਾਲ ਮਲਟੀਪਲਾਈ ਕੀਤਾ, ਆਨਸਰ ਕੀ ਆ ਜਾਣਾ 0, ਠੀਕ ਆ। ਹੁਣ t ਦੀ ਵੈਲਿਊ ਤੁਸੀਂ ਪਿਛਲੇ ਆਰਟੀਕਲ ਦੇ ਵਿੱਚ ਕਰਕੇ ਆਏ ਆ, t ਕਿੰਨਾ ਸੀਗਾ 2u sin theta over g, ਠੀਕ ਆ। ਪਿਛਲੇ ਟੌਪਿਕ ਦੇ ਵਿੱਚ ਇਹ ਕਰਕੇ ਆਏ ਆ, ਇੱਥੇ ਵੈਲਿਊ ਪਾ ਲਓ। ਇਹਦਾ ਮਤਲਬ r is equal to u cos theta into 2u sin theta
ओवर जी आ चीज आ गई। ठीक है, हुण ਇਹਦੇ ਵਿੱਚ ਥੋੜਾ ਜਿਹਾ ਅਸੀਂ ਮੋਡੀਫਿਕੇਸ਼ਨ ਕਰਨ ਲੱਗੇ ਆ। ਕਿਸ ਤਰ੍ਹਾਂ, ਆ ਜਿਹੜਾ u ਆ, u ਨੂੰ u ਨਾਲ ਮਲਟੀਪਲਾਈ ਕੀਤਾ u ਸਕੁਅਰ ਹੋ ਜਾਣਾ, r ਇਜ਼ ਇਕੁਅਲ ਟੂ u ਸਕੁਅਰ ਆ ਗਿਆ। ਆ ਜਿਹੜਾ 2 ਆ ਇਹਨੂੰ ਲਿਖ 2 sin ਥੀਟਾ cos ਥੀਟਾ, ਮਤਲਬ sin ਥੀਟਾ cos ਥੀਟਾ ਇਕੱਠੇ ਲਿਖਤੇ, 2 sin ਥੀਟਾ cos ਥੀਟਾ ਓਵਰ ਦੇ ਵਿੱਚ ਆ ਗਿਆ g। ਠੀਕ ਹੈ ਜੀ, ਓਵਰ ਦੇ ਵਿੱਚ ਆ ਗਿਆ g। ਹੁਣ ਇੱਥੇ ਇੱਕ ਇੰਪੋਰਟੈਂਟ ਰਿਜ਼ਲਟ ਟ੍ਰਿਗਨੋਮੈਟਰੀ ਦਾ ਯੂਜ਼ ਕਰਨ ਲੱਗਾ, ਉਹ ਕਿਹੜਾ ਯੂਜ਼ ਕਰਨਾ ਆ, ਉਹ ਆ ਚੀਜ਼ ਯੂਜ਼ ਕਰਨੀ ਆ, sin 2 ਥੀਟਾ। ਐਂਗਲ ਇੱਥੇ ਡਬਲ ਆ, sin 2 ਥੀਟੇ ਦੀ ਵੈਲਿਊ ਕੀ ਹੁੰਦੀ ਆ 2 sin ਥੀਟਾ। ਐਂਗਲ ਜਿੰਨਾ ਵੀ ਇੱਥੇ ਹੋਵੇ ਉਹਦਾ ਅੱਧ ਹੋ ਜਾਂਦਾ ਆ, 2 ਅੱਗੇ ਆ ਜਾਣਾ, ਐਂਗਲ ਜਿੰਨਾ ਵੀ ਇੱਥੇ ਹੈਗਾ ਉਹਦਾ ਅੱਧ। ਇੱਥੇ 2 ਥੀਟਾ ਆ ਤਾਂ ਥੀਟਾ ਰਹਿ ਜਾਣਾ, 2 ਥੀਟੇ ਦਾ ਅੱਧ ਦੇਖੋ 2 ਥੀਟਾ ਬਾਈ 2, 2 ਨਾਲ 2 ਕੈਂਸਲ, ਮਤਲਬ ਬਚਣਾ ਕੀ ਥੀਟਾ। ਜੇ ਇੱਥੇ 3 ਥੀਟਾ ਹੁੰਦਾ ਤਾਂ ਇੱਥੇ 3 ਥੀਟਾ ਬਾਈ 2 ਲਿਖ ਦੇਣਾ ਸੀਗਾ, ਮਤਲਬ ਜਿੰਨਾ ਵੀ ਐਂਗਲ ਇੱਥੇ ਹੈਗਾ ਉਹਦਾ ਹਾਫ ਕਰ ਦੇਣਾ, ਨਾਲ ਕੀ ਮਲਟੀਪਲਾਈ ਹੋਣਾ cos ਥੀਟਾ ਵਿਦ ਅੱਧਾ ਐਂਗਲ, ਹਾਫ ਐਂਗਲ। ਇਸੇ ਕਰਕੇ ਇਸ ਫਾਰਮੂਲੇ ਨੂੰ ਅਸੀਂ ਹਾਫ ਐਂਗਲ ਫਾਰਮੂਲੇ ਵੀ ਬੋਲਦੇ ਆ ਟ੍ਰਿਗਨੋਮੈਟ੍ਰਿਕ ਦੇ। ਠੀਕ ਆ, ਆਹ ਵਾਲਾ ਅਸੀਂ ਫਾਰਮੂਲਾ ਮੇਨ ਇੱਥੇ ਯੂਜ਼ ਕਰਨਾ ਆ, ਆਹ ਚੀਜ਼। ਹੁਣ ਸਾਡੇ ਕੋਲ ਆਹ ਚੀਜ਼ ਦਿੱਤੀ ਹੈ 2 sin ਥੀਟਾ cos ਥੀਟਾ ਇਕੁਅਲ ਟੂ ਆਹ ਚੀਜ਼ ਜਿਹੜੀ ਆਪਾਂ ਇਕੱਠੀ ਕਰਕੇ ਲਿਖੀ ਸੀਗੀ। ਠੀਕ ਹੈ, ਇਸ ਕਰਕੇ ਸਾਡੇ ਕੋਲ r ਕਿੰਨੀ ਆ ਜਾਣੀ ਆ, r ਪੁੱਤ ਆ ਜਾਣੀ ਸਾਡੇ ਕੋਲ r ਇਜ਼ ਇਕੁਅਲ ਟੂ u ਸਕੁਅਰ। ਇਦਾਂ ਹੀ ਆ ਜਿਹੜਾ 2 sin ਥੀਟਾ cos ਥੀਟਾ ਦੀ ਜਗ੍ਹਾ ਆਪਾਂ ਕੀ ਲਿਖ ਦੇਣਾ sin 2 ਥੀਟਾ। ਇਹਨਾਂ 'ਚ ਫਰਕ ਕੀ ਪਿਆ ਹੁਣ ਧਿਆਨ ਨਾਲ ਦੱਸਦਾ, ਇਹਨਾਂ ਨੂੰ ਥੋੜਾ ਜਿਹਾ ਫਰਕ ਵੀ ਤੁਹਾਨੂੰ ਦੱਸਣਾ ਇਹਦਾ। ਆ ਸਾਡੇ ਕੋਲ r ਦੀ ਵੈਲਿਊ ਆਈ ਆ, ਇੱਥੇ ਫਰਕ ਕੀ ਪਿਆ, ਇੱਥੇ ਫਰਕ ਇਹ ਆ ਕਿ ਇੱਥੇ sin ਥੀਟਾ ਮਤਲਬ ਐਂਗਲ ਅੱਧਾ, यानी कि जे एंगल इत्थे आ थीटे दी वैल्यू इत्थे 30 डिग्री आ, इत्थे sin थी cos थी, उन्हां दा आपस च मल्टीप्लाई नाल ओ जेडी मल्टीप्लाई करके आंसर आऊगा ओनू 2 दे नाल मल्टीप्लाई करदे आ। इत्थे की आ, एदा मतलब कि sin 2 थीटे दा मतलब की आ कि एंगल डबल हो गया। पहला एंगल 30 डिग्री सीगा, 30 दा डबल की हो गया 60, मतलब sin 60 डिग्री दी वैल्यू दे बराबर होऊगा ये। ठीक है, आ चीज आपां कह रहे हैं sin 2 थीटा। हुण इत्थे गल करदे आ, ਇਹ ਹੌਰੀਜ਼ੌਂਟਲ ਰੇਂਜ ਦਾ ਪਤਾ ਲੱਗ ਗਈ ਆ। ਹੁਣ ਮੇਨ ਜਿਹੜਾ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੈ, ਇੱਥੇ ਤੱਕ ਪਹਿਲਾਂ ਤੁਸੀਂ ਸਕਰੀਨਸ਼ਾਟ ਲੈ ਲਓ। ਪੇਪਰ ਦੇ ਵਿੱਚ ਕੁਐਸਚਨ ਆਉਂਦਾ ਮੈਕਸਿਮਮ ਹੌਰੀਜ਼ੌਂਟਲ ਰੇਂਜ ਤੁਸੀਂ ਕੈਲਕੂਲੇਟ ਕਰਨੀ ਆ, ਉਹ ਕਿੰਨੇ ਐਂਗਲ ਤੇ ਆਊਗੀ। ਇੱਥੇ ਰਾਜੇ ਜਿਹੜੇ ਮੈਂ ਰਿਜ਼ਲਟ ਹੁਣ ਫਾਈਂਡ ਕਰਨ ਲੱਗਾ, ਵੈਰੀ ਵੈਰੀ ਇੰਪੋਰਟੈਂਟ, ਤੁਹਾਡੇ ਕੰਮ ਦੀ ਚੀਜ਼ ਬੜੀ ਆ। ਠੀਕ ਹੈ, ਜੇ ਉਹਨੂੰ ਤੁਸੀਂ ਪ੍ਰੈਕਟੀਕਲੀ ਯੂਜ਼ ਕਰਨਾ ਹੋਵੇ ਬੜਾ ਇੰਪੋਰਟੈਂਟ ਚੀਜ਼ ਹੈ ਇਹ। आ तुसी हॉरिजॉन्टल रेंज दा रिजल्ट कढे, आपां मैक्सिमम हॉरिजॉन्टल रेंज कढनी आ। मैक्सिमम हॉरिजॉन्टल रेंज आपां की करते कि आपां कोई u फिक्स हो गया, इफ u फिक्स करता, ये तो थानू भी पता कि जे u इंक्रीज करेंगे तो हॉरिजॉन्टल रेंज थोड़ी जी इंक्रीज हो जाएगी, पर आपां कहंदे कि u जिन्नी असीं इनिशियल वेलोसिटी दे सकदे सी देती आ। मतलब मैं जिस तरह पहला दस के हटिया कि तुहानू दो बच्चों नू मैं कहा कि चीज नू दूर सिੱਟੋ, देखदे आ कौन दूर सिੱਟਦਾ। ਤੁਸੀਂ ਦੋਨਾਂ ਨੇ ਬਰਾਬਰ ਵੈਲੋਸਿਟੀ ਲਗਾਈ ਹੋਈ ਹੈ। ਠੀਕ ਆ, ਤੁਹਾਨੂੰ ਕਿਹਾ ਹੋਰ ਵੈਲੋਸਿਟੀ ਲਾ ਲਓ ਤੁਸੀਂ ਜਿੱਤ ਸਕਦੇ ਆ, ਤੁਸੀਂ ਕਿਹਾ ਸਰ ਸਾਡੇ ਕੋਲ ਹੁਣ ਹੋਰ ਵੈਲੋਸਿਟੀ ਨਹੀਂ ਹੈਗੀ। ਠੀਕ ਆ, ਤੁਸੀਂ ਹੋਰ ਤਰੀਕਾ ਦੱਸੋ ਕਿ ਜਿਹਦੇ ਨਾਲ ਅਸੀਂ ਦੂਰ ਸੁੱਟੀਏ ਚੀਜ਼ ਨੂੰ। ਠੀਕ ਆ, ਤਾਂ ਫਿਰ ਮੈਂ ਕੀ ਕਿਹਾ ਕਿ ਆਪਣਾ ਐਂਗਲ ਕੈਲਕੂਲੇਟ ਕਰਦੇ ਆ ਕਿ ਕਿਸ ਐਂਗਲ ਤੇ ਸਿੱਟਾਂਗੇ ਤੇ ਦੂਰ ਜਾਊਗੀ ਚੀਜ਼। ਹੁਣ ਧਿਆਨ ਨਾਲ ਸਮਝਿਓ, u ਫਿਕਸ ਆ, r ਮੈਕਸਿਮਮ ਕਦੋਂ ਹੋਊਗੀ, when sin 2 ਥੀਟੇ ਦੀ ਵੈਲਿਊ ਕਿੰਨੀ ਹੋ ਜਾਵੇ 1। ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ sin ਥੀਟੇ ਦੀ ਸਭ ਤੋਂ ਵੱਡੀ ਵੈਲਿਊ, ਐਂਗਲ ਜਿੰਨਾ ਮਰਜ਼ੀ ਹੋਵੇ, sin ਥੀਟੇ ਦੀ ਸਭ ਤੋਂ ਵੱਡੀ ਵੈਲਿਊ ਆਨਸਰ 1 ਹੋ ਸਕਦਾ ਆ। ਸਭ ਤੋਂ ਵੱਡਾ ਆਨਸਰ ਉਹਦਾ 1 ਹੀ ਹੋਣਾ ਆ। ਇਸ ਕਰਕੇ sin 2 ਥੀਟਾ ਐਂਗਲ ਭਾਵੇਂ 2 ਥੀਟਾ ਵੀ ਹੈ ਤਾਂ ਉਹਦੀ ਵੈਲਿਊ ਵੀ 1 ਹੋ ਸਕਦੀ ਆ। ਠੀਕ ਆ, sin ਦੀ ਵੈਲਿਊ 1 ਕਦੋਂ ਹੁੰਦੀ ਆ, ਜਦੋਂ sin 90 ਡਿਗਰੀ ਹੁੰਦਾ ਆ, ਉਦੋਂ sin ਦੀ ਵੈਲਿਊ 1 ਹੁੰਦੀ ਹੈ। ਇਸ ਕਰਕੇ ਤੁਸੀਂ ਕੀ ਲਿਖ ਸਕਦੇ ਆ, sin 2 ਥੀਟਾ ਇਜ਼ ਇਕੁਅਲ ਟੂ sin 90, ਮਤਲਬ 1 ਦੀ ਜਗ੍ਹਾ ਤੁਸੀਂ ਕੀ ਲਿਖਤਾ, sin 90 ਲਿਖਤਾ, ਕਿਉਂਕਿ ਆ ਦੇਖੋ sin 90 ਇਕੁਅਲ ਟੂ ਕਿੰਨਾ ਹੁੰਦਾ 1, ਕਈ ਵਾਰੀ ਯੂਜ਼ ਕਰ ਚੁੱਕੇ ਆ। ਠੀਕ ਆ, ਇਸ ਕਰਕੇ 1 ਦੀ ਜਗ੍ਹਾ ਕੀ ਲਿਖਤਾ sin 90, ਦੋਨੇ ਪਾਸੇ sin ਖਤਮ ਕਰ ਲਈ ਹੈ, ਮਤਲਬ ਇਟ ਇੰਪਲਾਈਜ਼, ਇਹ ਤਾਂ ਹੀ ਪੋਸੀਬਲ ਹੈ ਜੇ ਉਹਨਾਂ ਦੇ ਐਂਗਲ ਬਰਾਬਰ ਹੋਣਗੇ। ਇਹਦਾ 2 ਥੀਟਾ ਇਕੁਅਲ ਟੂ 90 डिग्री, ਇਹਦਾ ਥੀਟਾ ਇਕੁਅਲ ਟੂ 90/2। ठीक है, थीटा इक्वल टू 45 डिग्री। आ भी कल्ला क्वेश्चन आ जाता है कि शो करो कि मैक्सिमम हॉरिजॉन्टल रेंज जे u फिक्स है, वेलोसिटी फिक्स है, तो मैक्सिमम हॉरिजॉन्टल रेंज जेडी आ वो 45 डिग्री ते आ सकती है। मतलब एक बच्चा
30 डिग्री ਤੇ ਉਹਨੂੰ ਸਿੱਟ ਰਿਹਾ ਹੈ ਸੇਮ ਵੈਲੋਸਿਟੀ ਦੇ ਨਾਲ, ਦੂਜਾ ਬੱਚਾ 45 डिग्री ਤੇ ਚੀਜ਼ ਨੂੰ ਸੁੱਟ ਰਿਹਾ ਆ, ਤਾਂ 45 डिग्री ਤੇ ਜਿਹੜਾ ਸਿੱਟ ਰਿਹਾ ਆ ਉਹਦੀ ਜਿਹੜੇ ਆ ਹੌਰੀਜ਼ੌਂਟਲ ਰੇਂਜ ਮੈਕਸਿਮਮ ਹੋਗੀ, ਉਹ ਚੀਜ਼ ਨੂੰ ਜ਼ਿਆਦਾ ਦੂਰ ਸੁੱਟੇਗਾ ਐਜ਼ ਕੰਪੇਅਰ ਟੂ 30 डिग्री ਵਾਲਾ। ਠੀਕ ਆ, ਤੁਸੀਂ ਕਹਿੰਦੇ ਕਿ ਸਰ ਆਪਾਂ 60 डिग्री ਕਰ ਦਈਏ, 60 डिग्री वाला भी दूर नहीं सुटेगा, 60 डिग्री वाला भी नेड़े सुटेगा। सब तो ज्यादा दूर कदों जानी है चीज, जे यू तुसी फिक्स कीती हुई आ, सब तो ज्यादा दूर चीज जाएगी 45 डिग्री ते, जदों एंगल साडा 45 डिग्री आ, बस ये आ। ठीक है, ਇਹਦਾ स्क्रीनशॉट ले लो। लास्ट टॉपिक है जी इस आर्टिकल का, वेलोसिटी ऑफ द प्रोजेक्टाइल एट एनी इंस्टेंट। ठीक है, रिजल्टेंट वेलोसिटी जिन्होंने तुसी कहने आ, मान लो कोई बॉडी इत्थे इस टाइम ते आपां कैलकुलेट करनी जदों वो इत्थे पहुंचिया। ठीक है, इहदे लई ध्यान नाल देखो, आ ओहदा हो गया हॉरिजॉन्टल कंपोनेंट Vx, आ हो गया ओहदा वर्टिकल कंपोनेंट। वर्टिकल कंपोनेंट बिल्कुल सीधा बनना चाहिए यार, Vy वेक्टर लगा सकते हैं, आ ओहदा रिजल्टेंट होगा V वेक्टर। ठीक है, ये वाली चीज तुसी कैलकुलेट करनी चाहते हैं, ਇਹਦੇ ਲਈ ਇਕੁਏਸ਼ਨ ਤੁਸੀਂ ਕਿਹੜੀ ਯੂਜ਼ ਕਰਨੀ ਆ, ਪਹਿਲਾਂ ਤਾਂ ਤੁਸੀਂ ਇਹੀ ਯੂਜ਼ ਕਰਨੀ ਆ ਹੌਰੀਜ਼ੌਂਟਲ ਕੰਪੋਨੈਂਟ Vx, ਜਿਹੜੀ ਮੈਂ ਪਹਿਲਾਂ ਦੱਸ ਕੇ ਹਟਿਆ ਸੀ, V = U plus AT, V = U plus AT। ठीक है, ये वाली चीज तो इथे हॉरिजॉन्टल पर लिखांगे हॉरिजॉन्टल कंपोनेंट, हॉरिजॉन्टल कंपोनेंट Vx = V0x प्लस A दे पैच x नाल T। ठीक है जी, ये एट एनी इंस्टेंट आ, किसी भी टाइम ते आ। हुण V0x की है इहदे विच U cos थीटा, ax किन्ना आ 0, ax किन्ना हॉरिजॉन्टल एक्सेलरेशन किन्नी है 0 आ, वो गल खत्म। ओके, इस करके Vx किन्ना रह जाना U cos थीटा, आ तुहाडे को आ गया नंबर 1। ओके, हुण अगे गल करदे आ वर्टिकल कंपोनेंट। वर्टिकल कंपोनेंट ਜਿਹੜਾ वर्टिकल कंपोनेंट आ, V ਦੇ ਪੈਰ ਚ ਕੀ ਲਾਤਾ y = V0y प्लस A ਦੇ ਪੈਰ ਚ y ਨਾਲ T। ओके, ਤਾਂ ਫਿਰ ਇਹਦੇ ਵਿੱਚ ਜਿਹੜਾ वर्टिकल कंपोनेंट आ ਉਹਦੇ ਵਿੱਚ ਕਿੱਦਾਂ ਆਣੀ ਹੈ ਵੈਲਿਊ, ਧਿਆਨ ਨਾਲ ਦੇਖੋ। V0y ਕਿੰਨਾ ਆਊਗਾ, V0y ਆਊਗਾ U sin थीटा, वर्टिकल कंपोनेंट U sin थीटा। AY ਉਹ ਕਿੰਨਾ ਆ -G, T ने T रहना आ, इस करके V ਦੇ ਪੈਰ ਚ y ਕਿਹਦੇ ਇਕੁਅਲ ਆ ਗਿਆ U sin थीटा -GT। ਆ ਤੁਹਾਡੇ ਕੋ ਬਣ ਗਈ ਸੈਕੰਡ ਇਕੁਏਸ਼ਨ। पर ये तो है हॉरिजॉन्टल कंपोनेंट ते वर्टिकल कंपोनेंट, पर आपा की कढनी है रिजल्टेंट वेलोसिटी। ठीक है, रिजल्टेंट वेलोसिटी दे लई ध्यान नाल देखो, आ वाली जिहड़ी इक्वेशन बनाई है मैं, आ वाला मैं इहनू एक इस तरह बना के दसदा। आ चीज आ इहदा रिजल्टेंट आ V वेक्टर, ध्यान नाल देखो, तो एक पैरेललोग्राम नहीं कंप्लीट होगी। ठीक है, जे पैरेललोग्राम कंप्लीट हो गई आ तो फिर पैरेललोग्राम का रिजल्ट यूज करांगे। इत्थे पैरेललोग्राम का रिजल्ट वो किहदे कोल होगा, जिहड़ा आपां अगे यूज करदे हां, R = (A² प्लस B² प्लस A² प्लस B² प्लस 2AB cos थीटा। 2AB cos थीटा, थीटा इत्थे की है एंगल बिटवीन A एंड B। ठीक है, हुण इत्थे आपां वेलोसिटी दा कढ रहे हैं, इस करके V = (Vx² प्लस Vy² प्लस 2Vx Vy cos इत्थे एंगल कितना आएगा, क्योंकि देखो हॉरिजॉन्टल कंपोनेंट इस साइड आ, वर्टिकल कंपोनेंट y एक्सिस दे लॉन्ग है, इस करके एंगल कितना आऊगा इत्थे, इन्हां दे विच एंगल कितना आ 90 डिग्री दा। ध्यान नाल देखो, एंगल कितना है 90 डिग्री, cos 90 ते cos 90 कितना हुंदा आ
cos 90 ਹੁੰਦਾ 0, ਇਸ ਕਰਕੇ ਆ ਵਾਲੀ ਚੀਜ਼ ਇੱਥੇ ਖਤਮ ਹੋ ਜਾਣੀ, ਮਤਲਬ v is equal to ਆ ਜਾਣਾ √ vx square plus vy square। ਇੱਥੇ vx ਦੀ ਵੈਲਿਊ ਪੁੱਟ ਕਰ ਲੈਣੀ ਤੇ vy ਦੀ ਪੁੱਟ ਕਰ ਲੈਣੀ ਆ। vx ਦੀ ਕੀ ਸੀਗੀ u cos θ, ਮਤਲਬ v equal to √ u cos θ ਦਾ ਹੋਲ ਸਕੁਅਰ ਪਲੱਸ vy ਦੀ ਜਗ੍ਹਾ ਕੀ ਆ ਜਾਣਾ u sin θ minus gt, u sin θ minus gt ਦਾ ਹੋਲ ਸਕੁਅਰ। ਓਕੇ, ਹੁਣ ਇੱਥੇ ਇਹਨੂੰ ਥੋੜਾ ਜਿਹਾ ਸੋਲਵ ਕਰਨਾ, ਇੱਥੇ ਤੱਕ ਪਹਿਲਾਂ ਸਕਰੀਨਸ਼ਾਟ ਲਓ ਤੇ ਫਿਰ ਅੱਗੇ ਸੋਲਵ ਕਰਦੇ ਹਾਂ। ਦੇਖੋ ਰਾਜੇ, ਅੱਗੇ ਇਹਦੀ ਆਪਾਂ ਕਰਨੀ ਹੈ ਕੈਲਕੂਲੇਸ਼ਨ ਬੜੀ ਸਿੰਪਲ ਜਿਹੀ ਹੈ, ਲੌਜੀਕਲੀ ਹੈ ਕੈਲਕੂਲੇਸ਼ਨ, ਔਖੀ ਨਹੀਂ ਹੈਗੀ, ਡਰਨਾ ਨਹੀਂ ਹੈਗਾ। y v equal to u ਦਾ ਸਕੁਅਰ cos ਦਾ ਸਕੁਅਰ, ਕੱਲੇ ਕੱਲੇ ਤੇ ਸਕੁਅਰ ਚਲ ਗਿਆ, ਪਲੱਸ ਇੱਥੇ ਜਿਹੜਾ ਹੈ ਫਾਰਮੂਲਾ ਲੱਗ ਜਾਣਾ a b ਦੇ ਹੋਲ ਸਕੁਅਰ ਦਾ। ਉਹ ਕੀ ਹੁੰਦਾ ਹੈ a b ਦਾ ਹੋਲ ਸਕੁਅਰ ਹੁੰਦਾ a ਦਾ ਸਕੁਅਰ ਪਲੱਸ b ਦਾ ਸਕੁਅਰ ਪਲੱਸ ਮਾਈਨਸ 2ab। ਠੀਕ ਹੈ ਜੀ, ਇਹਦਾ ਮਤਲਬ u ਸਕੁਅਰ sin ਸਕੁਅਰ ਥੀਟਾ a ਦਾ ਸਕੁਅਰ ਪਲੱਸ b ਦਾ ਸਕੁਅਰ g ਸਕੁਅਰ t ਸਕੁਅਰ ਮਾਈਨਸ 2u sin ਥੀਟਾ ਨਾਲ gt। ਓਕੇ ਜੀ, ਆ ਚੀਜ਼ ਆ ਗਈ। ਹੁਣ ਇਹਨਾਂ ਦੋਵਾਂ ਚੋਂ ਕਿਹੜੀ ਚੀਜ਼ ਕਾਮਨ ਲੈ ਸਕਦੇ ਹਾਂ, u ਸਕੁਅਰ ਕਾਮਨ ਲੈ ਸਕਦੇ ਹਾਂ, v ਇਕੁਅਲ ਟੂ ਆ ਗਿਆ u ਸਕੁਅਰ ਕਾਮਨ, ਅੰਦਰ ਬਚਿਆ cos ਸਕੁਅਰ ਥੀਟਾ ਪਲੱਸ sin ਸਕੁਅਰ ਥੀਟਾ। ਉਸ ਤੋਂ ਬਾਅਦ ਪਲੱਸ g ਸਕੁਅਰ t ਸਕੁਅਰ ਏਦਾਂ ਹੀ ਮਾਈਨਸ 2u gt ਨਾਲ ਕੀ ਆ ਗਿਆ sin ਥੀਟਾ। ਠੀਕ ਹੈ, cos ਸਕੁਅਰ ਥੀਟਾ ਪਲੱਸ sin ਸਕੁਅਰ ਥੀਟਾ ਦੀ ਵੈਲਿਊ ਕਿੰਨੀ ਆ ਗਈ 1। cos ਸਕੁਅਰ ਥੀਟਾ ਪਲੱਸ sin ਸਕੁਅਰ ਥੀਟਾ ਕਿੰਨਾ ਹੁੰਦਾ 1, ਇਸ ਕਰਕੇ u ਸਕੁਅਰ ਕੱਲਾ ਹੀ ਬਚਣਾ, ਕਿਉਂਕਿ cos ਸਕੁਅਰ ਥੀਟਾ ਪਲੱਸ sin ਸਕੁਅਰ ਥੀਟਾ 1, ਇਸ ਕਰਕੇ ਕੱਲਾ u ਸਕੁਅਰ ਬਚਿਆ, g ਸਕੁਅਰ t ਸਕੁਅਰ ਮਾਈਨਸ 2u g t sin ਥੀਟਾ। ਆ ਤੁਹਾਡੇ ਕੋਲ ਆ ਗਿਆ। ਠੀਕ ਆ, ਇੱਥੇ ਤੁਹਾਡਾ ਪ੍ਰੋਜੈਕਟਾਈਲ ਵਾਲਾ ਕਨਸੈਪਟ ਵੀ ਖਤਮ, ਇੱਥੇ ਤੁਹਾਡਾ ਜਿਹੜਾ ਆ ਸੈਕਿੰਡ ਯੂਨਿਟ ਵੀ ਖਤਮ ਹੋ ਗਿਆ, ਮਤਲਬ ਜਿਹੜਾ ਤੁਹਾਡਾ ਜੁਲਾਈ ਤੱਕ ਦਾ ਸਿਲੇਬਸ ਆਉਣਾ ਆ ਉਹ ਖਤਮ ਆ। ਠੀਕ ਆ, ਗੱਲ ਹੁਣ ਇਹਦੇ ਵਿੱਚ ਥੋੜਾ ਜਿਹਾ ਇੱਕ ਦੋ ਪ੍ਰੋਜੈਕਟਾਈਲ ਹੋਰ ਹੁੰਦੇ ਆ, ਉਹ ਪਰ ਲੈਸ ਇੰਪੋਰਟੈਂਟ ਆ, ਇਸ ਥੋੜੇ ਜਿਹੇ ਉਹਨਾਂ ਦੇ ਬਾਰੇ ਦੱਸ ਦਿੰਨਾ ਆ। ਜ਼ਰੂਰੀ ਨਹੀਂ ਹੈਗਾ ਕਿ ਥੀਟਾ ਇੱਥੇ ਹੌਰੀਜ਼ੌਂਟਲ ਦੇ ਨਾਲ ਬਣੇ। ਜੇ ਮੰਨ ਲਓ ਕਿਸੇ ਦੇ ਵਿੱਚ ਤੁਸੀਂ ਮੈਨੂੰ ਕਹੋ ਕਿ ਸਰ ਜੇ ਐਂਗਲ ਜਿਹੜਾ ਆ ਉਹ ਵਰਟੀਕਲ ਦੇ ਨਾਲ ਆ ਜੇ, ਕੋਈ ਦਿੱਕਤ ਨਹੀਂ। ਜੇ ਐਂਗਲ ਵਰਟੀਕਲ ਦੇ ਨਾਲ ਆ ਗਿਆ, ਮਤਲਬ ਇਹ ਵਾਲਾ ਜਿਹੜਾ ਪ੍ਰੋਜੈਕਟਾਈਲ ਆ ਉਹ ਇਸ ਤਰ੍ਹਾਂ ਦਾ ਆ ਜਾਊਗਾ, ਯਾਨੀ ਕਿ ਆ ਚੀਜ਼, ਆ ਜਿਹੜੀ ਚੀਜ਼ ਆ ਜਿਹੜਾ ਐਂਗਲ ਆ ਉਹ ਇੱਥੇ ਆ ਜਾਵੇ ਥੀਟਾ। ਜੇ ਐਂਗਲ ਵਰਟੀਕਲ ਦੇ ਨਾਲ ਆ ਗਿਆ ਥੀਟਾ, ਤਾਂ ਫਿਰ ਆਹ ਵਾਲਾ ਐਂਗਲ ਕਿੰਨਾ ਹੋਣਾ 90 ਮਾਈਨਸ ਥੀਟਾ। ਯਾਨੀ ਕਿ ਜਿਹੜੇ ਤੁਸੀਂ ਆਰਟੀਕਲ ਕੀਤੇ ਆ ਉੱਥੇ, ਜਿਹੜਾ ਮਤਲਬ ਆਹ ਵਾਲਾ ਆਰਟੀਕਲ ਕੀਤਾ ਐਂਗਲ ਥੀਟੇ ਦੇ ਨਾਲ, ਉੱਥੇ ਐਂਗਲ ਕੀ ਲੈ ਲੈਣਾ 90 ਮਾਈਨਸ ਥੀਟਾ ਲੈ ਲੈਣਾ ਬਸ। ਬਾਕੀ ਸਾਰਾ ਕਨਸੈਪਟ ਉਹੀ, ਮਤਲਬ ਐਂਗਲ ਜਿਹੜਾ ਥੀਟਾ ਯੂਜ਼ ਕਰਦੇ ਆ ਉਹਦੇ ਵਿੱਚ ਥੀਟੇ ਦੀ ਜਗ੍ਹਾ 90 ਮਾਈਨਸ ਥੀਟਾ ਲੈ ਕੇ ਸਾਰਾ ਆਰਟੀਕਲ ਸਾਰੇ ਤੇ ਸਾਰਾ ਕਨਸੈਪਟ ਕਲੀਅਰ ਕਰ ਲੈਣਾ। ਠੀਕ ਹੈ, ਹੋਰ ਕੋਈ ਦਿੱਕਤ ਨਹੀਂ ਹੈਗੀ। 90 ਮਾਈਨਸ ਥੀਟਾ ਕਿਉਂ ਆਇਆ ਉਹਦੇ ਪਿੱਛੇ ਕਾਰਨ ਆ, ਕਿਉਂਕਿ x ਐਕਸਿਸ ਤੇ y ਐਕਸਿਸ ਦੇ ਵਿੱਚ ਐਂਗਲ ਕਿੰਨਾ ਹੁੰਦਾ 90 ਡਿਗਰੀ ਦਾ। ਠੀਕ ਆ, ਇਹਨਾਂ ਦੇ ਵਿੱਚ ਐਂਗਲ ਕਿੰਨਾ ਹੁੰਦਾ 90 ਡਿਗਰੀ ਦਾ। ਜੇ ਇੱਕ ਐਂਗਲ ਥੀਟਾ ਹੈ ਤਾਂ ਬਾਕੀ ਜਿਹੜਾ ਬਚਦਾ ਹਿੱਸਾ ਹੋਊਗਾ ਉਹ ਕੀ ਹੋਊਗਾ 90 ਮਾਈਨਸ ਥੀਟਾ ਹੋਊਗਾ। ਅਸੀਂ ਤਾਂ ਅਸੀਂ ਜਿਹੜੇ ਉੱਪਰਲੇ ਆਰਟੀਕਲ ਕੀਤੇ ਸਾਰੇ ਦੇ ਸਾਰੇ ਅੱਜ ਵਾਲੇ, ਉਹਨਾਂ ਸਾਰਿਆਂ ਦੇ ਵਿੱਚ ਅਸੀਂ ਪ੍ਰੋਜੈਕਟਾਈਲ ਦਾ ਐਂਗਲ ਹੌਰੀਜ਼ੌਂਟਲ ਦੇ ਨਾਲ ਲਿਆ ਸੀ ਤੇ ਉਹ ਥੀਟਾ ਲਿਆ ਸੀਗਾ, ਪਰ ਇੱਥੇ ਹੁਣ ਸਾਡੇ ਕੋਲ ਥੀਟੇ ਦੀ ਜਗ੍ਹਾ ਕੀ ਹੈ 90 ਮਾਈਨਸ ਥੀਟਾ, ਇਸ ਕਰਕੇ 90 ਮਾਈਨਸ ਥੀਟਾ ਲੈ ਕੇ ਕਰ ਲਾਂਗੇ। ਓਕੇ, ਅਗਲੀ ਚੀਜ਼ ਕੀ, ਹੁਣ ਤੁਹਾਡੇ ਵਿੱਚੋਂ ਕੁਝ ਬੱਚੇ ਮੈਨੂੰ ਇਹ ਪੁੱਛ ਸਕਦੇ ਆ ਕਿ ਸਰ ਅਸੀਂ ਹੌਰੀਜ਼ੌਂਟਲ ਰੇਂਜ ਜਿਹੜੀ ਆ, ਹੁਣ ਮੰਨ ਲਓ ਐਂਗਲ ਵੀ 45 ਡਿਗਰੀ ਹੋ ਗਿਆ, ਐਂਗਲ ਵੀ 45 ਡਿਗਰੀ ਹੋ ਗਿਆ, ਜਿੰਨੀ ਅਸੀਂ ਮੈਕਸਿਮਮ ਵੈਲੋਸਿਟੀ ਦੇ ਨਾਲ ਟਾਰਗੇਟ ਨੂੰ ਹਿੱਟ ਕਰਨਾ ਮਤਲਬ ਵੈਲੋਸਿਟੀ ਦੇ ਨਾਲ ਚੀਜ਼ ਨੂੰ ਸਿੱਟ ਸਕਦੇ ਸਿੱਟਤਾ, ਪਰ ਫਿਰ ਵੀ ਅਸੀਂ ਉਸ ਟਾਰਗੇਟ ਨੂੰ ਹਿੱਟ ਨਹੀਂ ਕਰ ਪਾ ਰਹੇ ਹੈਗੇ। ਕੀ ਕੋਈ ਇਦਾਂ ਦਾ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਟਾਰਗੇਟ ਨੂੰ ਹਿੱਟ ਕਰ ਸਕੀਏ, ਮਤਲਬ ਸਾਡੀ ਜਿਹੜੀ ਹੌਰੀਜ਼ੌਂਟਲ ਰੇਂਜ ਆ ਉਹ ਹੋਰ ਵੱਧ ਜਾਵੇ? ਜਿਸ ਤਰ੍ਹਾਂ ਆਰਮੀ ਦੇ ਵਿੱਚ ਕਈ ਵੇਲੇ ਜਦੋਂ ਲੜਾਈ ਲੱਗਦੀ ਆ, ਜਿਸ ਤਰ੍ਹਾਂ ਤੁਹਾਨੂੰ ਤੁਸੀਂ ਤਾਂ ਛੋਟੇ ਛੋਟੇ ਹੋਣੇ ਆ, ਮਤਲਬ ਮੈਨੂੰ ਲੱਗਦਾ ਤੁਹਾਡੇ ਤਾਂ ਹਲੇ ਵਰਥ ਵੀ ਨਹੀਂ ਹੋਇਆ ਨਾ, ਤੁਸੀਂ ਕਾਰਗਿਲ ਦੀ ਲੜਾਈ ਦੇ ਬਾਰੇ ਸੁਣਿਆ ਹੋਣਾ। ਠੀਕ ਆ, ਹੁਣ ਕਾਰਗਿਲ ਦੀ ਲੜਾਈ ਦੇ ਵਿੱਚ ਕੀ ਸੀਗਾ ਕਿ ਜਿਹੜੇ ਮਤਲਬ ਪਾਕਿਸਤਾਨੀ ਸੀਗੇ ਉੱਪਰ ਬੈਠੇ ਸੀਗੇ, ਠੀਕ ਆ, ਪਹਾੜਾਂ ਦੇ ਉੱਤੇ, ਤੇ ਉੱਪਰੋਂ ਉਹ ਹਿੱਟ ਕਰਦੇ ਪਏ ਸੀ।
ਇੰਡੀਆ ਦੇ ਕੋਲ ਬੂਫੋਰਸ ਨਾਂ ਦੀ ਇੱਕ ਉਸ ਟਾਈਮ ਜਿਹੜੀ ਤੋਪ ਸੀਗੀ, ਉਹਦੇ ਨਾਲ ਉਹ ਟਾਰਗੇਟ ਨੂੰ ਹਿੱਟ ਕਰ ਰਹੇ ਸੀਗੇ। ਪਰ ਜੇ ਉਹ ਮੰਨ ਲਓ ਉਹ ਟਾਰਗੇਟ ਨੂੰ ਹਿੱਟ ਕਰ ਰਹੇ ਸੀਗੇ, ਉੱਥੇ ਫਿਰ ਉਹ ਮਤਲਬ ਫਿਰ ਉਹਨਾਂ ਨੂੰ ਕਿੱਦਾਂ ਪਤਾ ਲੱਗਦਾ ਕਿ ਉਹ ਟਾਰਗੇਟ ਨੂੰ ਹਿੱਟ ਕਰਨਾ? ਉਹਦੇ ਵਿੱਚ ਫਿਰ ਐਂਗਲ ਦੱਸਿਆ ਜਾਂਦਾ ਆ ਕਿ ਐਨੇ ਡਿਗਰੀ ਦੇ ਉੱਤੇ ਨਾਰਥ ਦੇ ਨਾਲ, ਐਨੇ ਡਿਗਰੀ ਦੇ ਨਾਲ ਸਾਊਥ ਦੇ, ਠੀਕ ਆ। ਉਹ ਚੀਜ਼ ਜਿਹੜਾ ਟਾਰਗੇਟ ਜਿਹਨੂੰ ਤੁਸੀਂ ਹਿੱਟ ਕਰਨਾ ਚਾਹੁੰਦੇ ਹੋ ਉੱਥੇ ਪਿਆ ਆ, ਠੀਕ ਆ। ਕੋਈ ਮੂਵੀ ਦੇਖ ਲਓ, LOC ਮੂਵੀ ਦੇਖ ਲਿਓ, ਠੀਕ ਆ। ਉਹ ਮਤਲਬ ਸਾਰੀ ਇਸ ਚੀਜ਼ ਦੇ ਮਤਲਬ ਕਾਰਗਿਲ ਦੀ ਲੜਾਈ ਦੇ ਉੱਤੇ ਹੀ ਬਣੀ ਹੋਈ ਹੈ LOC, ਠੀਕ ਆ। ਉਹਦੇ ਵਿੱਚ ਤੁਸੀਂ ਬਹੁਤ ਵਾਰੀ ਆਰਮੀ ਵਾਲਿਆਂ ਨੂੰ ਸੁਣਦੇ ਆ ਕਿ ਜਾਂ ਬਹੁਤ ਵਾਰੀ ਤੁਸੀਂ ਕੋਈ ਨੇਵੀ ਵਾਲਾ ਆ ਜਾਂ ਕੋਈ 에ਅਰ ਫੋਰਸ ਵਾਲਾ ਆ, ਠੀਕ ਆ, ਉਹ ਗੱਲ ਕਰਦੇ ਹੁੰਦੇ ਆ ਕਿ ਜਿਹੜਾ ਟਾਰਗੇਟ ਆ ਉਹਦੀ 45 ਡਿਗਰੀ ਨਾਰਥ ਵਾ, 45 ਡਿਗਰੀ ਸਾਊਥ ਆ, ਮਤਲਬ ਉਹ ਐਂਗਲ ਦੱਸਦੇ ਆ, ਠੀਕ ਆ। ਮੰਨ ਲਓ ਉਹ ਹੁਣ ਅਸੀਂ ਜਿੰਨੀ ਵੈਲੋਸਿਟੀ ਦੇ ਨਾਲ ਚੀਜ਼ ਨੂੰ ਸੁੱਟ ਸਕਦੇ ਸੀ, ਉਹ ਉਹਦੀ ਮੈਕਸਿਮਮ ਵੈਲੋਸਿਟੀ ਵੀ ਹੋਗੀ। ਅਸੀਂ 45 ਡਿਗਰੀ ਤੇ ਚੀਜ਼ ਨੂੰ ਸਿੱਟਿਆ ਤੇ ਉਹ ਵੱਧ ਤੋਂ ਵੱਧ ਦੂਰ ਜਾ ਸਕਦੀ, ਪਰ ਫਿਰ ਵੀ ਅਸੀਂ ਉਸ ਟਾਰਗੇਟ ਤੱਕ ਨਹੀਂ ਪਹੁੰਚ ਪਾ ਰਹੇ ਜਿੱਥੇ ਅਸੀਂ ਹਿੱਟ ਕਰਨਾ ਚਾਹੁੰਦੇ ਹਾਂ। ਉਹ ਫਿਰ ਵੀ ਥੋੜਾ ਜਿਹਾ ਦੂਰ ਆ। ਤਾਂ ਫਿਰ ਅਸੀਂ ਆਪਣੇ ਫਿਰ ਅਸੀਂ ਕਿਹੜੇ ਤਰੀਕੇ ਦੇ ਨਾਲ ਹੌਰੀਜ਼ੌਂਟਲ ਰੇਂਜ ਨੂੰ ਇਨਕਰੀਜ਼ ਕਰੀਏ? ਮਤਲਬ ਅਸੀਂ ਫਿਰ ਕੀ ਥੋੜਾ ਜਿਹਾ ਅੱਗੇ ਨੂੰ ਮੂਵ ਕਰੀਏ? ਮੰਨ ਲਓ ਕੋਈ ਕੰਡੀਸ਼ਨ ਹੀ ਹੈ ਨਹੀਂ ਕਿ ਅੱਗੇ ਨੂੰ ਮੂਵ ਕਰਨ ਵਾਲੀ, ਠੀਕ ਆ। ਤਾਂ ਫਿਰ ਕਿਹੜਾ ਤਰੀਕਾ ਆ ਜਿਹਦੇ ਨਾਲ ਅਸੀਂ ਆਪਣੀ ਹੌਰੀਜ਼ੌਂਟਲ ਰੇਂਜ ਵਧਾਈ ਜਾ ਸਕਦੀ ਹੈ? ਤਾਂ ਉਹ ਕਹਿੰਦੇ ਕਿ ਉਹਦੇ ਲਈ ਤਰੀਕਾ ਹੈਗਾ ਆ ਕਿ ਤੁਸੀਂ ਜਿਹੜਾ ਤੁਹਾਡੇ ਕੋਲ ਆ ਹੌਰੀਜ਼ੌਂਟਲ ਡਾਇਰੈਕਸ਼ਨ ਹੈਗੀ ਸੀਗੀ, ਠੀਕ ਆ, ਮਤਲਬ ਤੁਸੀਂ ਜਿਹੜਾ ਆ ਆਪਣੇ ਆਪ ਨੂੰ ਪਹਿਲੇ ਕਿਸੇ ਇਨਕਲਾਈਨਡ ਪਲੇਨ ਤੇ ਰੱਖ ਲਓ। ਇਨਕਲਾਈਨਡ ਪਲੇਨ ਮਤਲਬ ਆ ਤੁਹਾਡਾ ਪਲੇਨ, ਆ ਤੁਹਾਡੀ ਉਹ ਧਰਤੀ ਆ, ਧਰਤੀ ਦੇ ਨਾਲੋਂ ਕਿਸੇ ਐਂਗਲ ਦੇ ਉੱਤੇ ਕੋਈ ਤੁਸੀਂ ਪਲੇਟਫਾਰਮ ਬਣਾ ਲਿਆ। ਪਲੇਟਫਾਰਮ ਮੀਨ ਕੋਈ ਫੱਟਾ ਰੱਖ ਲਿਆ, ਠੀਕ ਆ। ਤੇ ਤੁਸੀਂ ਇੱਥੇ ਖੜੇ ਆ, ਇੱਥੇ ਖੜ ਕੇ ਚੀਜ਼ ਨੂੰ ਹਿੱਟ ਕਰਦੇ ਆ। ਉਹ ਪਹਿਲਾ ਐਂਗਲ ਜਿਹੜਾ ਥੀਟਾ ਸੀਗਾ, ਠੀਕ ਆ, ਉਹ ਐਂਗਲ ਥੀਟਾ ਦੇਖੋ ਕਿੰਨਾ ਬਣਦਾ, ਹੌਰੀਜ਼ੌਂਟਲ ਨਾਲ ਬਣਦਾ ਸੀਗਾ। ਆ ਐਂਗਲ ਜਿਹੜਾ ਹੌਰੀਜ਼ੌਂਟਲ ਦੇ ਨਾਲ ਮੰਨ ਲਓ ਐਂਗਲ ਬਣਿਆ, ਜਿਹੜਾ ਇਨਕਲਾਈਨਡ ਪਲੇਨ ਹੁੰਦਾ ਆ ਕਿ ਇਨਕਲਾਈਨਡ ਪਲੇਨ ਪਹਿਲਾਂ ਦੱਸਾਂਗੇ ਕੀ ਜਿਹੜੀ ਚੀਜ਼ ਆ। ਮਤਲਬ ਆ ਹੈਗੀ ਸਿੱਧੀ, ਠੀਕ ਆ। ਮਤਲਬ ਜੇ ਇੱਥੇ ਆ ਤਾਂ ਮਤਲਬ ਸਮਤਲ ਆ, ਉਹ ਧਰਤੀ ਦੇ ਉੱਤੇ ਖੜਾ ਆ, ਠੀਕ ਆ। ਇਸ ਤਰ੍ਹਾਂ ਘੱਟ ਹੀ ਬਣਾ ਲਓ, ਠੀਕ ਆ। ਮਤਲਬ ਉਹਨੂੰ ਸਲਾਂਟ ਜੀ ਦੇ ਦਿਓ, ਪਹਿਲਾਂ ਹੀ ਘੱਟ ਹੀ ਬਣਾ ਲਓ, ਠੀਕ ਆ। ਫਿਰ ਕੀ ਹੋਏਗਾ? ਫਿਰ ਦੇਖੋ ਧਿਆਨ ਨਾਲ ਕੀ ਹੋਏਗਾ ਕਿ ਕੋਈ ਉਹ ਬੋਡੀ ਹੁਣ ਐਂਗਲ ਥੀਟੇ ਦੇ ਨਾਲ ਇੱਥੋਂ ਥੀਟਾ ਐਂਗਲ ਕਿੰਨਾ ਬਣਿਆ ਉਹਦਾ, ਇਸ ਇਨਕਲਾਈਨਡ ਪਲੇਨ ਨਾਲ, ਤਾਂ ਚੀਜ਼ ਨੇ ਆਪਣੇ ਆਪੇ ਦੂਰ ਜਾਣਾ ਆ, ਠੀਕ ਆ। ਦੂਰ ਕਿਉਂ ਜਾਣਾ ਆ? ਕਿਉਂਕਿ ਉਹਨੂੰ ਪਹਿਲੇ ਹੀ ਕੋਈ ਐਂਗਲ ਮਿਲ ਗਿਆ ਆ, ਓਕੇ। ਪਰ ਇਹ ਵਾਲੇ ਜਿਹੜੇ ਪ੍ਰੋਜੈਕਟਾਈਲ ਆ ਤੁਸੀਂ ਕਰਨੇ ਨਹੀਂ ਹੈਗੇ, ਇਹ ਜਸਟ ਇੱਕ ਤੁਹਾਡੀ ਨੌਲੇਜ ਦੇ ਲਈ ਆ, ਠੀਕ ਆ। ਤੇ ਆਪਣਾ ਪ੍ਰੋਜੈਕਟਾਈਲ ਬੇਸਿਕਲੀ ਇੱਥੇ ਹੀ ਖਤਮ ਹੋ ਗਿਆ ਜਿੱਥੇ ਤੁਹਾਨੂੰ ਲਾਸਟ ਵੈਲੋਸਿਟੀ ਵਾਲਾ ਟੌਪਿਕ ਕਰਵਾਇਆ, ਓਕੇ। ਥੈਂਕ ਯੂ। ਉਮੀਦ ਹੈ ਕਿ ਅੱਜ ਦਾ ਟੌਪਿਕ ਸਮਝ ਲੱਗ ਗਿਆ ਹੋਣਾ।